चक्कर चिन्ह अर बरन जात हर पात नहन जेह रूप रंग हर रेख भेख को कह ना सकत केह अचल मूर्त अनुभव प्रकाश हम तोज कहिचै कोट इंद्र इंद्राण साहे साहण गणिचै तिर पवन महीप सुर नर असुर नेत नेत बन तृण कहत त्वै सर्ब नाम कथै कवन कर्म नाम वर्णत सुमत आप अपनी बुद्ध है जेती वर्णत पिन पिन तोहे तेती तुमरा लखा न जाए पसारा किह बिद सजा प्रथम संसारा महाकाल रखवार हमारो महालोह में किंकर थारो अपना जान मुझे प्रत परिय चुन चुन सत्र हमारे मरिय देग तेग जग में दो चलै राख आप मोहे और ना दलै दास जान कर दास पर कीजै कृपा अपार आप हाथ दे राख मोहे मन क्रम बचन विचार मुख ऊचरै शास्त्र खट पिंग गिरन चढ़ जाए अंध लखै बदरो सुनै जो काल कृपा कराए कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप हाथ दे लेहो उबारी हम ना सकत कर सिफत तुम्हारी वर्ण सकै महिमा जो तिहारी सतनाम श्री वाहेगुरु साहिब जी तोटक छंद त्वै प्रसाद नव नेवर नाद सुरं निर्मलं मुख बिज्जल ज्वाल कणं परज्वलं मदरा कर मत महापवकं बन में मनो बाग बच्चा बबकं नव नेवर नाद सुरं निर्मलं
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਗੁਰੂ ਕੀਆਂ ਸੰਗਤਾਂ ਵਡਭਾਗੀ ਹੋ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪਣੇ ਸਮੇਂ ਦਾ ਲਾਹਾ ਲੈ ਰਹੇ ਹੋ। ਮਹਾਰਾਜ ਜੀ ਦੀ ਧੁਰ ਕੀ ਬਾਣੀ ਦੇ ਜਾਪ ਸਰਵਣ ਕੀਤੇ ਹਨ। ਅਰਦਾਸ ਵਿੱਚ ਜੁੜ ਕੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਜੋ ਰਾਤਰੀ ਦੇ ਪਹਿਲੇ ਪੈਰ ਦੇ ਦੀਵਾਨ ਸੱਜੇ ਹਨ, ਉਸ ਵਿੱਚ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਸ੍ਰੀ ਬਚਿੱਤਰ ਨਾਟਕ ਬਾਣੀ ਦੀ ਕਥਾ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ। ਜਿਵੇਂ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਨੂੰ ਕਾਲ ਰੂਪ ਵਰਣਨ ਕੀਤਾ ਹੈ ਪਹਿਲੇ ਅਧਿਆਏ ਵਿੱਚ, ਜਿਸ ਨੇ ਆਪਣਾ ਮਹਾਂਕਾਲ ਰੂਪ ਧਾਰਿਆ ਹੈ। ਚਾਰ ਜਿਸ ਦੀਆਂ ਬਾਹਾਂ ਹਨ ਵਾਹਿਗੁਰੂ ਦੀਆਂ, ਸੀਸ ਉੱਪਰ ਸੋਹਣਾ ਜੂੜਾ ਸੁਭਾਏਮਾਨ ਹੈ, ਖੜਗ ਹੱਥ ਵਿੱਚ ਧਾਰੀ ਹੈ, ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ, ਜਿਹੜੀ ਕਰੋੜਾਂ ਹੀ ਪਾਪਾਂ ਨੂੰ ਟਾਲਦੀ ਹੈ, ਪਾਪੀਆਂ ਨੂੰ ਭਜਾਉਂਦੀ ਹੈ, ਨਾਸ ਕਰਦੀ ਹੈ। ਐਸਾ ਜੋ ਵਾਹਿਗੁਰੂ ਖੜਗ ਕੇਤ ਹੈ, ਜਿਸ ਦੇ ਸਰੂਪ ਦਾ ਸਤਿਗੁਰੂ ਮਹਾਰਾਜ ਕਥਨ ਕਰ ਰਹੇ ਹਨ। ਜਿਵੇਂ ਉਹਦੇ ਨਾਂ ਕਈ ਹਨ, ਜਗਜੀਵਨ ਹੈ, ਧਨੁਰ ਧਰ ਹੈ, ਮਾਨ ਮੁਕੰਦ ਹੈ, ਮੁਰਾਰੀ, ਦੇਵ ਗੰਧਾਰੀ। ਇਸ ਤਰ੍ਹਾਂ ਉਹਦੇ ਕਈ ਵਾਹਿਗੁਰੂ ਦੇ ਨਾਮ ਹਨ। ਇਸੇ ਤਰ੍ਹਾਂ ਉਸ ਵਾਹਿਗੁਰੂ ਦਾ ਇੱਕ ਕਾਲ ਨਾਮ ਹੈ, ਇੱਕ ਸੰਤ ਨਾਮ ਹੈ, ਪਤਿਤ ਪਾਵਨ ਹੈ, ਮਹਾਂਕਾਲ ਨਾਮ ਹੈ, ਮਹਾਰਾਜਾ ਨਾਮ ਹੈ। ਗੁਰੂ ਮਹਾਰਾਜ ਜੀ ਇੱਥੇ ਮਹਾਂਕਾਲ ਦੇ ਸਰੂਪ ਵਿੱਚ ਵਾਹਿਗੁਰੂ ਦਾ ਕਥਨ ਕਰ ਰਹੇ ਹੈ। ਜੋ ਆਪਾਂ ਪਿਛੇ ਬਚਿੱਤਰ ਨਾਟਕ ਦੀ ਕਥਾ 52 ਛੰਦ ਜਿਹੜੇ ਹੈ ਉਹ ਸਰਵਣ ਕਰ ਲਏ ਹਨ। ਅੱਗੇ ਸਤਿਗੁਰੂ ਜੀ ਜਿਵੇਂ ਟੋਟਕ ਛੰਦ ਦੇ ਵਿੱਚ ਫਿਰ ਉਸ ਪ੍ਰਭੂ ਦੇ ਸਰੂਪ ਦਾ ਕਥਨ ਕਰ ਰਹੇ ਹੈ। ਆਓ ਆਪਾਂ ਉਸ ਦੀ ਕਥਾ ਵਿਚਾਰ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਟਕ ਛੰਦ
ਤਵੈ ਪ੍ਰਸਾਦ ਨਵ ਨੇਵਰ ਨਾਦ ਸੁਰੰ ਨਿਰਮਲੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ, ਖਾਲਸਾ ਜੀ ਪਰ ਤੋਟਕ ਛੰਦ ਦੇ ਵਿੱਚ ਮਹਾਰਾਜ ਕਥਨ ਕਰ ਰਹੇ ਹੈ। ਕਈ ਥਾਵਾਂ 'ਤੇ ਤਵੈ ਪ੍ਰਸਾਦ ਅੱਗੇ ਲਿਖਿਆ ਹੋਇਆ ਹੈ, ਤੋਟਕ ਛੰਦ ਪਿੱਛੇ ਲਿਖਿਆ ਹੈ। ਮੁੱਖ ਰੂਪ ਵਿੱਚ ਤੋਟਕ ਛੰਦ ਅੱਗੇ ਹੀ ਹੈ। ਤਵੈ ਪ੍ਰਸਾਦ ਤੋਟਕ ਛੰਦ ਲਿਖਦੇ ਹਾਂ, ਤਵੈ ਪ੍ਰਸਾਦ ਵਾਹਿਗੁਰੂ ਤੇਰੀ ਕਿਰਪਾ ਨਾਲ। ਗੁਰੂ ਮਹਾਰਾਜ ਕਹਿੰਦੇ, ਖਾਲਸਾ ਜੀ ਉਹ ਜੋ ਵਾਹਿਗੁਰੂ ਹੈ, ਪ੍ਰਭੂ ਅਕਾਲ ਪੁਰਖ ਮਹਾਕਾਲ ਨਵ ਨੇਵਰ, ਉਹ ਉਸਦੇ ਜਿਹੜੇ ਚਰਨ ਹੈ, ਚਰਨਾਂ ਵਿੱਚ ਉਹਨਾਂ ਨੇ ਨੇਵਰ ਝਾਂਜਰਾਂ ਪਾਈਆਂ ਹੋਈਆਂ ਹੈ। ਅਤੇ ਜਿਨ੍ਹਾਂ ਨੂੰ ਪੌਟੇ ਵੀ ਕਿਹਾ ਜਾਂਦਾ ਹੈ, ਉਹ ਝਾਂਜਰਾਂ ਦੀ ਜਿਹੜੀ ਨਾਦ ਹੈ, ਸ਼ਬਦ ਹੈ, ਸ਼ਬਦ ਦਾ ਜਿਹੜਾ ਆਵਾਜ਼ਾ ਹੈ ਉਹ ਨਿਰਮਲੰ, ਬੜਾ ਨਿਰਮਲ, ਨਵ ਨਵੀਨ, ਨਵਾਂ ਨਿਕਲਦਾ ਹੈ। ਜਿਹੜੀ ਚਰਨਾਂ ਵਿੱਚ ਝਾਂਜਰਾਂ ਪਾਈਆਂ ਹੈ, ਉਹਨਾਂ ਦਾ ਜਿਹੜਾ ਸ਼ਬਦ ਦਾ ਆਵਾਜ਼ਾ ਹੈ ਬੜਾ ਨਿਰਮਲ, ਨਵਾਂ ਨਿਕਲਦਾ ਹੈ। ਮੁਖ ਬਿਜਲ ਜਵਾਲ ਘਣੰ ਪਰਜੁਲੰ। ਜੋ ਵਾਹਿਗੁਰੂ ਦਾ ਮੁਖ ਹੈ ਉਹ ਤੇ ਇਉਂ ਸੋਭਦਾ ਹੈ ਜਿਵੇਂ ਬਿਜਲੀ ਦੀ ਜਵਾਲ ਕੀ, ਜਿਵੇਂ ਬਿਜਲੀ ਦੀ ਅੱਗ ਬੱਦਲਾਂ ਦੇ ਵਿੱਚ ਪ੍ਰਜੁੱਲਤ ਹੋ ਰਹੀ ਹੁੰਦੀ ਹੈ। ਜਿਵੇਂ ਬਿਜਲੀ ਬੱਦਲਾਂ ਦੇ ਵਿੱਚ ਪ੍ਰਕਾਸ਼ਮਾਨ ਹੋ ਕੇ ਚਮਕਦੀ ਹੈ, ਲਿਸ਼ਕਦੀ ਹੈ, ਇਸ ਤਰ੍ਹਾਂ ਮੁੱਖ ਸੋਭ ਰਿਹਾ ਹੈ। ਜਾਂ ਮੁੱਖ ਜਿਹੜੀ ਬਿਜਲੀ ਜਿਵੇਂ ਜਵਾਲ ਕਹੀਏ ਲਿਸ਼ਕਦੀ ਹੈ, ਪ੍ਰਕਾਸ਼ ਕਰਦੀ ਹੈ, ਇਸੇ ਤਰ੍ਹਾਂ ਘਣੰ ਜਿਹੜੇ ਬੱਦਲ ਹੈ, ਜਿਵੇਂ ਬੱਦਲਾਂ ਵਿੱਚ ਜਿਹੜੀ ਹੈ ਲਿਸ਼ਕਦੀ ਹੈ ਬਿਜਲੀ, ਇਸੇ ਤਰ੍ਹਾਂ ਜਿਹੜੀ ਜਵਾਲ ਕਹੀਦਾ ਹੈ ਅੱਗ ਨੂੰ। ਅੱਗ ਜਿਵੇਂ ਘਣੰ ਬਹੁਤ ਹੀ ਪ੍ਰਜੁੱਲਤ ਹੁੰਦੀ ਹੈ, ਬੜਾ ਪ੍ਰਕਾਸ਼ ਕਰਦੀ ਹੈ, ਇਸ ਤਰ੍ਹਾਂ ਮੁੱਖ ਸੋਭ ਰਿਹਾ ਹੈ ਅੱਗ ਤੇ ਬਿਜਲੀ ਵਾਂਗ। ਮਦਰਾ ਕਰ ਮਤ ਮਹਾ ਭਬਕੰ। ਜਿਵੇਂ ਹਾਥੀ ਜਿਹੜਾ ਹੈ, ਕਰ ਨਾਮ ਹਾਥੀ ਦਾ, ਹਾਥੀ ਸ਼ਰਾਬ ਪੀ ਲਵੇ, ਪਿਆ ਦਿੱਤੀ ਜਾਵੇ ਤੇ ਬੜਾ ਮਸਤ ਹੋ ਜਾਂਦਾ ਹੈ। ਫਿਰ ਉਹ ਹਾਥੀ ਮਸਤ ਚਾਲੇ ਸ਼ਰਾਬ ਪੀ ਕੇ ਚੱਲਦਾ ਹੈ। ਇਸੇ ਤਰ੍ਹਾਂ ਉਸ ਦੀ ਚਾਲ ਮਸਤੇ ਹੋਏ ਹਾਥੀ ਵਾਂਗ ਹੈ, ਮਸਤੇ ਹਾਥੀ ਵਰਗੀ ਚਾਲ ਹੈ। ਤੇ ਮਹਾ ਭਬਕੰ, ਜਿਉਂ ਵਾਹਿਗੁਰੂ ਗਰਜਦੇ ਹੈ, ਭਬਕ ਮਾਰਦੇ ਆ, ਮਹਾਨ ਬੜੀ ਭਬਕ ਛੱਡਦੇ ਆ ਮੁੱਖ ਵਿੱਚੋਂ। ਬਨ ਮੈਂ ਮਨੋ ਬਾਗ ਬੱਚਾ ਬਬਕੰ। ਜੰਗਲ ਵਿੱਚ ਮਾਨੋ ਬਾਗ ਸ਼ੇਰ ਦਾ ਬੱਚਾ ਹੀ ਬਬਕ ਰਿਹਾ ਹੈ, ਦਹਾੜ ਮਾਰ ਰਿਹਾ ਹੈ। ਜਦੋਂ ਬੋਲਦੇ ਉਹ ਇਵੇਂ ਭਬਕਦੇ ਹੈ, ਗਰਜਦੇ ਹੈ, ਜਿਵੇਂ ਮਾਨੋ ਜੰਗਲ ਦੇ ਵਿੱਚ ਆ ਬਾਗ ਸ਼ੇਰ ਦਾ ਬੱਚਾ ਹੀ ਬਬਕ ਰਿਹਾ, ਦਹਾੜ ਮਾਰ ਰਿਹਾ, ਗਰਜ ਰਿਹਾ ਹੈ। ਭਵ ਭੂਤ ਭਵਿਖ ਭਵਾਨ ਭਵੰ। ਪ੍ਰਭੂ ਨੇ ਤਿੰਨਾਂ ਸਮਿਆਂ ਵਿੱਚ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਭਾਵ ਜਿਹੜਾ ਸੰਸਾਰ ਹੈ, ਭੂਤ ਜੋ ਸਮਾਂ ਇਹ ਬੀਤ ਗਿਆ ਹੈ, ਭਵਿੱਖ ਆਉਣ ਵਾਲਾ, ਭਵਾਨ ਵਰਤਮਾਨ, ਇਹ ਤਿੰਨਾਂ ਸਮਿਆਂ ਨੂੰ ਭਵੰ ਉਹ ਪੈਦਾ ਕਰਨ ਵਾਲਾ ਹੈ। ਤਿੰਨਾਂ ਸਮਿਆਂ ਨੂੰ ਹੀ, ਸੰਸਾਰ ਨੂੰ ਵੀ। ਇਸੇ ਤਰ੍ਹਾਂ ਇਹ ਤਿੰਨਾਂ ਸਮਿਆਂ ਵਿੱਚ ਹੀ ਤੇ ਸੰਸਾਰ ਵਿੱਚ ਭਵੰ ਉਹ ਮਿਲਿਆ ਹੋਇਆ ਹੈ, ਮਿਲ ਰਿਹਾ ਹੈ। ਕਲ ਕਾਰਨ ਉਬਾਰਨ ਏਕ ਤੁਵੰ। ਇਹ ਅਕਾਲ ਪੁਰਖ ਜਿਹੜੇ ਅਕਾਲ ਅਵਿਦਿਆ ਹੈ, ਅਵਿਦਿਆ ਦਾ ਕਾਰਨ ਵੀ ਤੂੰ ਹੈ। ਅਵਿਦਿਆ ਜਿਹੜੀ ਜਨਮ ਦਾ ਕਾਰਨ, ਉਹ ਤੋਂ ਉਬਾਰਨ ਬਚਾਉਣ ਵਾਲਾ ਇੱਕ ਤੂੰ ਹੀ ਹੈ। ਕਲ ਨਾਮ, ਕਲ ਦੇ ਕਈ ਅਰਥ ਹੈ। ਕਲ ਦਾ ਅਰਥ ਸੁੰਦਰ ਵੀ, ਸੁੰਦਰਤਾ ਦਾ ਕਾਰਨ ਵੀ ਇੱਕ ਤੂੰ ਹੀ ਹੈ।
ਕਾਲ ਜਿਹੜੀ ਕਲੇ ਹੈ, ਕਲਾ ਦਾ ਕਾਰਨ ਵੀ ਤੂੰ ਹੀ ਹੈ। ਉਸ ਕਲੇ ਦਾ ਕਾਰਨ ਬਣ ਕੇ ਉਬਾਰਨ ਬਚਾਉਣ ਵਾਲਾ ਵੀ ਇੱਕ ਤੂੰ ਹੀ ਹੈ। ਕਾਲ ਨਾਮ ਸ਼ਾਂਤੀ ਦਾ ਵੀ ਹੈ, ਸ਼ਾਂਤੀ ਦਾ ਕਾਰਨ ਵੀ ਤੂੰ ਹੀ ਹੈ ਇੱਕ। ਫਿਰ ਕਾਲ ਕਹੀਏ ਕਲਯੁਗ ਦਾ ਕਾਰਨ ਵੀ ਇੱਕ ਤੂੰ ਹੀ ਹੈ। ਕਲਯੁਗ ਦੇ ਵਿੱਚ ਕਾਰਨ ਰੂਪ ਹੋ ਕੇ ਤੇ ਉਬਾਰਨ ਬਚਾਉਣ ਵਾਲਾ ਤੂੰ ਹੀ ਹੈ। ਕਾਲ ਨਾਮ ਅਵਿਦਿਆ ਦਾ ਹੈ, ਅਵਿਦਿਆ ਜਿਹੜਾ ਅਵਿਦਿਆ ਦਾ ਕਾਰਨ ਵੀ ਆਪ ਹੀ ਹੋ ਤੇ ਅਵਿਦਿਆ ਤੋਂ ਬਚਾਉਣ ਵਾਲੇ ਵੀ ਇੱਕ ਤੁਸੀਂ ਹੀ ਹੋ। ਕਾਲ ਨਾਮ ਜੰਗ ਯੁੱਧ ਦਾ ਵੀ ਹੁੰਦਾ ਹੈ, ਜੰਗ ਯੁੱਧ ਦਾ ਕਾਰਨ ਵੀ ਤੁਸੀਂ ਹੀ ਹੋ, ਉਸ ਵਿੱਚ ਬਚਾਉਣ ਵਾਲੇ ਵੀ ਇੱਕ ਤੁਸੀਂ ਹੀ ਹੋ। ਹੈ ਅਕਾਲ ਪੁਰਖ ਸਭ ਠੌਰ ਨਿਰੰਤਰ ਨਿਤ ਨਯੰ, ਸਾਰੀਆਂ ਥਾਵਾਂ ਵਿੱਚ ਨਿਰੰਤਰ ਇੱਕ ਰਸ ਹੋ। ਜਮੀ ਜਮਾ ਕੇ ਵਿਖੈ ਸਮਸਤ ਇੱਕ ਜੋਤ ਹੈ। ਸਾਰੇ ਥਾਂ ਇੱਕ ਰਸ ਸਮਾਏ ਹੋਏ ਹੋ। ਠੌਰ ਦੀ ਥਾਂ ਕਦੇ ਹਜ਼ੂਰ ਸਾਹਿਬ ਦੀ ਬੀੜ ਵਿੱਚ ਅਡਾੜਾ ਲਾਇਆ, ਠੌਰ ਲਿਖਿਆ ਹੈ। ਉਂਝ ਠੌਰ ਹੈ ਸੰਪਰਦਾ ਦੇ ਵਿੱਚ ਮੁੱਖ ਪਾਠ। ਸਾਰੇ ਥਾਵਾਂ 'ਤੇ ਨਿਰੰਤਰ ਇੱਕ ਰਾਸੀ ਜਿਹੜੇ ਸਮਾ ਰਹੇ ਹੋ, ਵਰਤ ਰਹੇ ਹੋ। ਨਿਤ ਨਵੇਂ ਸਰੂਪ ਹੋ, ਨਵੇਂ ਤੋਂ ਨਵੇਂ ਹੋ ਜੀ ਤੁਸੀਂ। ਮ੍ਰਿਦ ਮੰਗਲ ਰੂਪ ਤੋਯੰ ਸੁਭਯੰ, ਮ੍ਰਿਦ ਆਪ ਜੀ ਦਾ ਸੁਭਾਅ ਬੜਾ ਕੋਮਲ ਹੈ ਤੇ ਸੁਭਯੰ ਸੁਭਾਅ ਬੜਾ ਕੋਮਲ ਤੁਹਾਡਾ, ਸੁਭਯੰ ਸੋਭ ਰਿਹਾ ਹੈ। ਰੂਪ ਜੋ ਆਪ ਜੀ ਦਾ ਸਰੂਪ ਮੰਗਲ ਸਰੂਪ ਹੈ ਤੁਹਾਡਾ, ਮੰਗਲ ਸਰੂਪ ਤੁਹਾਡਾ, ਖੁਸ਼ੀਆਂ ਵਾਲਾ ਸਰੂਪ ਹੈ, ਉਹ ਸੋਭ ਰਿਹਾ ਹੈ। ਆਨੰਦ ਬਖਸ਼ਣ ਵਾਲਾ ਐਸਾ ਤੁਹਾਡਾ ਸਰੂਪ ਹੈ। ਮ੍ਰਿਦ ਕੋਮਲ ਸੁਭਾਅ ਹੈ, ਮੰਗਲ ਸਰੂਪ ਵਾਲੇ ਤੁਸੀਂ ਸੋਭ ਰਹੇ ਹੋ। ਦਿੜ ਦਾੜ ਕਰਾਲ ਦੁਆ ਸੇਤ ਉਦਮ, ਦ੍ਰਿੜ ਦਾੜ ਪਾਠ ਹੈ। ਦ੍ਰਿੜ ਜਿਹੜੀ ਆਪ ਜੀ ਦੇ ਮੁੱਖ ਵਿੱਚ ਦਾੜਾਂ ਹੈ ਉਹ ਬੜੀਆਂ ਦ੍ਰਿੜ ਕਹੀਏ ਮਜ਼ਬੂਤ ਹਨ, ਮਜ਼ਬੂਤ ਹਨ। ਕਰਾਲ ਭਿਆਨਕ ਹਨ, ਦੋਵੇਂ ਹਨ ਦਾੜਾਂ ਚਿੱਟੀਆਂ ਤੇ ਉੱਚੀਆਂ ਬੜੀਆਂ ਹਨ। ਜਿਹ ਭਾਜਤ ਦੁਸ਼ਟ ਬਿਲੋਕ ਜੁਦੰ, ਆ ਜਿਨ੍ਹਾਂ ਦਾੜਾਂ ਭਿਆਨਕ ਚਿੱਟੀਆਂ ਉੱਚੀਆਂ ਨੂੰ ਦੇਖ ਕੇ ਦੁਸ਼ਟ ਜਿਹੜੇ ਹੈ ਯੁੱਧ ਵਿੱਚੋਂ ਡਰ ਡਰ ਕੇ ਭੱਜ ਜਾਂਦੇ ਹਨ। ਮਦ ਮਤ ਕਿਰਪਾਨ ਕਰਾਲ ਧਰੰ, ਤੇ ਤੁਸੀਂ ਮਸਤ ਹੋ। ਜਿਵੇਂ ਕੋਈ ਮਨੁੱਖ ਮਦ ਸ਼ਰਾਬ ਜੀ ਪੀ ਕੇ ਮਸਤ ਹੋ ਜਾਂਦੇ ਨਾ, ਝੂਲਦੇ ਫਿਰਦੇ ਹੋ, ਇਵੇਂ ਹਮੇਸ਼ਾ ਤੁਸੀਂ ਬਿਨਾਂ ਇਹ ਸ਼ਰਾਬਾਂ ਕਬਾਬਾਂ ਪੀਤਿਆਂ ਤੋਂ ਹੀ ਮਸਤ ਹੋ। ਮਸਤ ਤੁਹਾਡੀ ਚਾਲ ਹੈ, ਮਸਤੀ ਵਿੱਚ ਰਹਿੰਦੇ ਹੋ। ਕਿਰਪਾਨ ਜਿਹੜੀ ਹੈ ਬੜੀ ਭਿਆਨਕ ਹੱਥ ਵਿੱਚ ਧਾਰੀ ਹੋਈ ਫੜੀ ਹੋਈ ਹੈ। ਜੈ ਸਦ ਸੁਰਾ ਸੁਰਯੰ ਉਚਰੰ, ਜਿਹੜੇ ਦੇਵਤੇ ਹੈ ਦੈਂਤ ਹਨ ਉਹ ਆਪ ਜੀ ਦੀ ਜਿਹੜੀ ਜੈ ਜੈਕਾਰ ਸਦਾ ਹੀ ਉਚਾਰ ਰਹੇ ਹਨ, ਕਰ ਰਹੇ ਹਨ। ਨਵ ਕਿੰਕਣ ਨੇਵਰ ਨਾਦ ਹੁਅੰ, ਜਦੋਂ ਪ੍ਰਭੂ ਜੀ ਜਿਹੜੀ ਹੈ ਵਾਹਿਗੁਰੂ ਤੇਰੀ ਜਿਹੜੀ ਤੜਾਗੀ ਬੰਨੀ ਹੋਈ ਲੱਕ ਦੇ ਨਾਲ ਘੁੰਗਰੂਆਂ ਵਾਲੀ, ਕਿੰਕਣ ਕਹੀਦਾ ਤੜਾਗੀ ਨੂੰ, ਉਹ ਵੀ ਤੜਾਗੀ ਵੀ ਨਵੀਂ ਹੈ, ਨੇਵਰ ਝਾਂਜਰਾਂ ਵੀ ਨਵੀਆਂ ਹਨ। ਅਤੇ ਉਹ ਤੜਾਗੀ ਵਿੱਚ ਜਿਹੜੇ ਘੁੰਗਰੂ ਹੈ, ਨੇਵਰ ਝਾਂਜਰਾਂ ਦੇ ਜਿਹੜਾ ਨਾਦ ਹੈ, ਆਵਾਜ਼ਾਂ ਹੁੰਦਾ ਹੈ ਜਦੋਂ ਚਲ ਚਾਲ ਸਭਾ ਚਲ ਕੰਪ ਭੂਅੰ, ਜਦੋਂ ਤੜਾਗੀ ਦਾ ਤੇ ਝਾਂਜਰਾਂ ਦਾ ਨਾਦ ਸ਼ਬਦ ਹੁੰਦਾ ਹੈ। ਸਵਾ ਚੱਲ ਪਾਠ ਇਕੱਠਾ ਕਿ ਜਿਹੜੇ ਪਹਾੜ ਹੈ ਸਭ ਅਚਲ, ਜਿੰਨੇ ਸਾਰੇ ਪਹਾੜ ਹਨ ਉਹ ਸਾਰੇ ਜਿਹੜੇ ਹੈ ਚੰਚਲ ਹੋ ਜਾਂਦੇ ਹੈ। ਉਹ ਚੰਚਲ ਹੋ ਜਾਂਦੇ, ਚੰਚਲ ਹੋ ਕੇ ਚਲਾਏਮਾਨ ਹੋ ਜਾਂਦੇ ਹੈ ਪਹਾੜ ਸਾਰੇ ਹੀ। ਅਤੇ ਕੰਪ ਭੂਅੰ ਜਿਹੜੀ ਧਰਤੀ ਹੈ ਉਹ ਕੰਬਣ ਲੱਗ ਜਾਂਦੀ ਹੈ, ਧਰਤੀ ਕੰਬਣ ਲੱਗ ਜਾਂਦੇ ਹੈ ਜਦੋਂ ਉਹਨਾਂ ਦਾ ਸ਼ਬਦ ਹੁੰਦਾ ਨਾ ਝਾਂਜਰਾਂ ਦਾ ਅਤੇ ਕਿੰਕਣ ਤੜਾਗੀ ਦੇ ਘੁੰਗਰੂਆਂ ਦਾ। ਉਦੋਂ ਜਿਹੜੇ ਪਹਾੜ ਅਚਲ ਹੈ ਨਹੀਂ ਚੱਲਣ ਵਾਲੇ ਉਹ ਸਾਰੇ ਚੰਚਲ ਹੋ ਕੇ ਚਲਾਏਮਾਨ ਹੋ ਜਾਂਦੇ ਹਨ। ਧਰਤੀ ਜਿਹੜੀ ਹੈ ਕੰਬਣ ਲੱਗ ਜਾਂਦੀ ਹੈ।
ਕਣ ਘੁੰਗਰ ਘੰਟਨ ਘੋਰ ਸੁਰੰ। ਘਾਣ ਜਿਹੜੇ ਘੁੰਗਰੂ ਹੈ ਉਹ ਬਹੁਤ ਘੁੰਗਰੂ ਜਿਹੜੇ ਹੈ, ਤੇ ਘੰਟਣ ਘੰਟੇ ਹਨ, ਘੜਿਆਲ ਹਨ। ਉਹਨਾਂ ਦਾ ਜਿਹੜਾ ਆਵਾਜ਼ਾ ਹੈ ਉਹ ਘੋਰ ਕਈ ਬੜਾ ਉੱਚੀ ਹੁੰਦਾ ਜਾਂ ਬੜਾ ਭਿਆਨਕ ਹੁੰਦਾ ਹੈ। ਚਰ ਚਾਰ ਚਰਾ ਚਰਯੰ ਹੋਰੰ। ਚਾਰ ਜਿਹੜੇ ਫਿਰ ਚਰਾਚਰਨ ਜਿਹੜੇ ਚਾਰ ਚੱਲਣ ਵਾਲੇ ਹੈ, ਚੇਤਨ ਤੇ ਅਚਰ ਜਿਹੜੇ ਨਾ ਚੱਲਣ ਵਾਲੇ ਹੈ, ਜੜ ਹਨ, ਜੜ ਚੇਤਨ ਸਾਰੇ ਉਸ ਵੇਲੇ ਜਿਹੜੇ ਚਾਰ ਹਨ ਦਿਸ਼ਾ ਹਨ, ਤੇ ਚਾਰ ਦਿਸ਼ਾ ਹੈ। ਦਿਸ਼ਾ ਚਾਰਾਂ ਦੇ ਜਿਹੜੇ ਜੜ ਚੇਤਨ ਜੀਵ ਹਨ ਉਹ ਹੋਰੰਗ ਸਾਰੇ ਘਬਰਾ ਜਾਂਦੇ ਹਨ। ਜਦੋਂ ਘੁੰਗਰੂਆਂ ਦੇ ਘੰਟਿਆਂ ਦੀ ਬੜੀ ਉੱਚੀ ਆਵਾਜ਼ ਹੁੰਦੀ ਨਾ, ਭਿਆਨਕ, ਉਦੋਂ ਚਾਰੇ ਦਿਸ਼ਾ ਦੇ ਜੜ ਚੇਤਨ ਜੀਵ ਜਿਹੜੇ ਆ ਹੋਰੰਗ ਕਈ ਘਬਰਾ ਜਾਂਦੇ ਹੈ, ਜਾਂ ਹੋਰੰਗ ਉਹ ਹੈਰਾਨ ਹੋ ਜਾਂਦੇ ਹਨ। ਇਸੇ ਤਰ੍ਹਾਂ ਉਹ ਘੁੰਗਰੂ ਦੇ ਘੰਟਿਆਂ ਦੀ ਉੱਚੀ ਸਾਰੀ ਬਹੁਤੀ ਆਵਾਜ਼ ਸੁਣ ਕੇ ਖੜਕਣ ਦੀ ਜਿਹੜੇ ਆਚਾਰ ਹਨ ਨਹੀਂ ਚੱਲ ਸਕਦੇ, ਉਹ ਚਾਰ ਕਈਏ ਚੰਚਲ ਹੋ ਕੇ ਚਾਰ ਚਲਾਇਮਾਨ ਹੋ ਜਾਂਦੇ ਹਨ। ਜਿਹੜੇ ਚਾਰ ਹਨ ਚੱਲਣ ਵਾਲੇ ਉਹ ਫਿਰ ਉਹ ਆਚਾਰ ਹੋ ਜਾਂਦੇ ਹਨ, ਹੋਰੰਗ ਹੈਰਾਨ ਹੋ ਜਾਂਦੇ ਹੈ, ਉਹ ਵੀ ਘਬਰਾ ਜਾਂਦੇ ਹਨ। ਚਲ ਚੌਦਹੋਂ ਚੱਕਰਨ ਚੱਕਰ ਫਿਰੰ। ਚਰ ਚਾਰ ਚਰਾਚਰਯੰ ਹੋਰੰਗ। ਇਸ ਤਰ੍ਹਾਂ ਵੀ ਜਿਹੜੇ ਜੜ ਹੈ ਉਹ ਚੰਚਲ ਹੋ ਕੇ ਚੇਤਨ ਹੋ ਜਾਂਦੇ, ਚੇਤਨ ਜਿਹੜੇ ਜੜ ਹੋ ਜਾਂਦੇ ਹਨ। ਚਲ ਚੌਦਹੋਂ ਚੱਕਰਨ ਚੱਕਰ ਫਿਰੰ। ਚੱਲ ਜਿਹੜੇ 14 ਚੱਕਰ ਹੈ, 14 ਲੋਕ ਹਨ, ਉਹਨਾਂ ਵਿੱਚ ਤੇਰਾ ਇਹ ਵਾਹਿਗੁਰੂ ਸੁਦਰਸ਼ਨ ਚੱਕਰ ਫਿਰਦਾ ਹੈ। ਕਾਲ ਰੂਪੀ ਤੇਰਾ ਚੱਕਰ ਫਿਰਦਾ ਹੈ ਚਲਾਇਮਾਨ ਹੋ ਕੇ। ਹੁਕਮ ਰੂਪੀ ਚੱਕਰ ਤੇਰਾ ਚੱਲਦਾ ਫਿਰਦਾ ਹੈ। ਬੜਵੰ ਘਟਵੰ ਹਰਿਯੰ ਸੁਬਰੰ। ਜਿਹੜੇ ਵਧੇ ਹੈ ਵਧਿਆਂ ਨੂੰ ਘਟਾਉਂਦਾ ਹੈ, ਵਧਿਆਂ ਨੂੰ ਘਟ ਕਰ ਦਿੰਦਾ ਹੈ, ਘਟਿਆਂ ਨੂੰ ਵਧਾ ਦਿੰਦਾ ਹੈ। ਹਰਿਯੰ ਜਿਹੜੇ ਖਾਲੀ ਸਖਣਿਆਂ ਨੂੰ ਸੁਭ ਰੰਗ ਚੰਗੀ ਤਰ੍ਹਾਂ ਭਰ ਦਿੰਦਾ ਹੈ, ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ। ਰਾਉ ਰੰਗ ਕਰ ਡਾਰੇ, ਛਿਨਮਹਿ ਰਾਉ ਰੰਗ ਕਉ ਕਰਈ, ਰਾਉ ਰੰਗ ਕਰ ਡਾਰੇ। ਰੀਤੇ ਭਰੇ ਭਰੇ ਸਖਨਾਵੇ ਯਹ ਤਾਕੋ ਵਿਵਹਾਰੇ। ਇਸ ਤਰ੍ਹਾਂ ਦਾ ਤੇਰਾ ਵਿਹਾਰ ਹੈ। ਜਗ ਜੀਵ ਜਿਤੇ ਜਲਯੰ ਥਲਯੰ। ਜਗ ਦੇ ਵਿੱਚ ਸੰਸਾਰ ਵਿੱਚ ਜਿੰਨੇ ਵੀ ਜੀਵ ਹੈ, ਜਲ ਵਿੱਚ ਰਹਿਣ ਵਾਲੇ, ਥਲ ਮਾਰੂ ਥਲ ਤੇ ਰਹਿਣ ਵਾਲੇ। ਅਸ ਕੋ ਜੋ ਤਵਾਏ ਸੁਅੰ ਮਲੰ। ਤਵਾਏ ਸੁਅੰਗ ਮਲਿਅੰ। ਐਸਾ ਕੋਈ ਨਹੀਂ ਹੈ ਜਲਾਂ ਥਲਾਂ ਵਿੱਚ ਰਹਿਣ ਵਾਲੇ ਜਿੰਨੇ ਵੀ ਜੀਵ ਹੈ ਸੰਸਾਰ ਦੇ, ਜਿਹੜਾ ਵੀ ਹੇ ਪਰਮਾਤਮਾ ਵਾਹਿਗੁਰੂ ਤਵਾਏ ਕਹੀਏ ਤੇਰੀ ਜਿਹੜੀ ਆਗਿਆ ਨੂੰ ਹੈ ਨਾ ਉਹ ਮਲਿਅੰਕ ਮੋੜ ਦੇਵੇ, ਦਲੀ ਮਲੀ ਕਰ ਦੇਵੇ, ਮੇਟ ਦੇਵੇ, ਮੋੜ ਦੇਵੇ। ਐਸੀ ਕਿਸੇ 'ਚ ਤਾਕਤ ਨਹੀਂ ਹੈ ਜਿਹੜਾ ਆਪ ਜੀ ਦੀ ਐਸੀ ਆਗਿਆ ਨੂੰ ਮਲਿਅੰਗ ਮੋੜ ਦੇਵੇ, ਮੇਟ ਦੇਵੇ। ਘਟ ਭਾਦਵ ਮਾਸ ਕੀ ਜਾਣ ਸੁਭੰ। ਜਿਵੇਂ ਆ ਭਾਦਰੋਂ ਦੇ ਮਹੀਨੇ ਦੀਆਂ ਕਾਲੀਆਂ ਘਟਾਵਾਂ ਬੜੀਆਂ ਸੋਭਨੀਕ ਜਾਣੀਆਂ ਜਾਂਦੀਆਂ ਹਨ। ਤਨ ਸਾਵਰੇ ਰਾਵਯੰ। ਤਨ ਸਾਵਰੇ ਰਾਵਰਿਅੰ ਹੁਲਸੰ। ਤਿਵੇਂ ਤੇਰਾ ਜਿਹੜਾ ਤੁਹਾਡਾ ਜਿਹੜਾ ਸਰੀਰ ਹੈ ਉਹ ਆਪ ਜੀ ਦਾ ਚਮਕਦਾ ਹੈ। ਉਸੇ ਤਰ੍ਹਾਂ ਸਾਂਵਲਾ ਤਨ ਸਾਵਰੇ, ਆਪ ਜੀ ਦਾ ਸਾਂਵਲਾ ਕਾਲੀਆਂ ਘਟਾਵਾਂ ਜਿਵੇਂ ਹੁੰਦੀਆਂ ਨਾ ਭਾਦਰੋਂ ਦੇ ਮਹੀਨੇ ਵਿੱਚ, ਤੇ ਉਹ ਬੜੀਆਂ ਸੋਭਨੀਕ ਜਾਣੀਆਂ ਜਾਂਦੀਆਂ। ਇਸੇ ਤਰ੍ਹਾਂ ਆਪ ਜੀ ਦਾ ਜਿਹੜਾ ਸਰੀਰ ਹੈ ਉਹ ਸਾਂਵਲਾ ਹੈ, ਕਾਲੀਆਂ ਘਟਾਵਾਂ ਵਰਗਾ। ਹੁਲਸੰਗ ਕਹੀਏ ਜੋ ਬਹੁਤ ਚਮਕਦਾ ਲਿਸ਼ਕਦਾ ਹੈ, ਤੇ ਜਿਹੜੇ ਸਰੀਰ ਨੂੰ ਤੱਕ ਕੇ ਸਾਰੇ ਹੁਲਸੰਗ ਆਨੰਦ ਖੁਸ਼ ਪ੍ਰਸੰਨ ਹੁੰਦੇ ਹਨ। ਰਦ ਪੰਗਤ ਦਾਮਨੀਆਂ ਦਮਕੰ। ਰਦ ਜਿਹੜੇ ਦੰਦਾਂ ਦੀ ਪੰਗਤੀ ਹੈ, ਕਈ ਥਾਵਾਂ 'ਤੇ ਕੱਕੇ ਨਾਲ ਪਾਠ ਹੈ ਤੇ ਕਈ ਥਾਵਾਂ 'ਤੇ ਗੱਗੇ ਨਾਲ ਪਾਠ ਹੈ, ਅਰਥ ਇੱਕ ਹੀ ਹੈ। ਜਿਹੜੀ ਰਦ ਕਈ ਦੰਦਾਂ ਦੀਆਂ ਪੰਗਤੀਆਂ, ਉਹ ਤੇ ਇਸ ਤਰ੍ਹਾਂ ਜਿਵੇਂ ਬਿਜਲੀ ਚਮਕਦੀ ਲਿਸ਼ਕਦੀ ਹੈ,
ਇਵੇਂ ਆਪ ਜੀ ਦੇ ਦੰਦ ਲਿਸ਼ਕਦੇ ਐ। ਸੋਹਣੇ ਨੱਕ ਤੇ ਲੰਮੜੇ ਵਾਲਾ, ਕੰਚਨ ਕਾਇਆ ਸੋਹਣੇ ਕੀ ਢਾਲਾ। ਤੇਰੇ ਇਵੇਂ ਤੇਰੇ ਬੰਕੇ ਲੋਇਣ ਦੰਤ ਰਸਾਲਾ। ਨੇਤਰ ਬੜੇ ਬੰਕੇ ਸ਼ੈਣ ਛਬੀਲੇ ਐ, ਦੰਦ ਬੜੇ ਰਸੀਲੇ ਹਨ। ਕਨ ਘੁੰਗਰ ਘੰਟ ਸੁਰੰਗ ਕਮਕੰ। ਘੁੰਗਰੂ ਹੈ ਜਿਹੜੇ ਘੰਟੇ ਹਨ, ਉਸ ਬਹੁਤ ਦੀ ਜਿਹੜੀ ਆਵਾਜ਼ ਹੈ ਉਹ ਬੜੀ ਗਰਜ ਹੁੰਦੀ ਹੈ। ਘੁੰਗਰਾਂ ਦੇ ਘੰਟਿਆਂ ਦੀ ਜਿਹੜੀ ਸੁਰੰਗ ਕਹੀ ਆਵਾਜ਼ ਹੈ ਉਹ ਘਮੰਗ ਬੜੀ ਗਰਜ ਕਰਦੀ ਹੈ, ਬਹੁਤਿਆਂ ਘੰਟਿਆਂ ਘੁੰਗਰੂਆਂ ਦੀ। ਇਸੇ ਤਰ੍ਹਾਂ ਘਮਕੰ ਜਿਹੜੇ ਬੱਦਲਾਂ ਦੀ ਆਵਾਜ਼, ਜਿਵੇਂ ਬੱਦਲ ਆਵਾਜ਼ ਕਰਕੇ ਗੱਜਦੇ ਹੈ, ਇਸ ਤਰ੍ਹਾਂ ਘੁੰਗਰੂ ਦੇ ਘੰਟਿਆਂ ਦੀ ਬਹੁਤੀ ਆਵਾਜ਼ ਹੋ ਕੇ ਗਰਜ ਪੈਂਦੀ ਹੈ। ਭੁਜੰਗ ਪਰਿਆਤ ਛੰਦ ਘਟਾ ਸਾਵਣੰ ਜਾਣ ਸਿਆਮੰ ਸੁਹਾਇੰ। ਘਟਾ ਕਾਲੀਆਂ ਘਟਾ ਜਿਵੇਂ ਸਾਉਣ ਦੇ ਮਹੀਨੇ ਵਿੱਚ ਹੁੰਦੀਆਂ ਹਨ, ਇਸੇ ਤਰ੍ਹਾਂ ਹੀ ਆਪ ਜੀ ਦਾ ਸਿਆਮ ਸਾਂਵਲਾ ਰੰਗ ਹੈ, ਸੋਭਨੀਕ। ਸਿਆਮ ਰੰਗ ਦੇ ਤੁਸੀਂ ਸੋਭਨੀਕ ਹੋ ਰਹੇ ਹੋ ਜਾਣੇ ਜਾਂਦੇ। ਮਣੀ ਨੀਲ ਨਗਯੰ ਲਖੰ ਸੀਸ ਨਿਆਇੰ। ਮਣੀਆਂ ਨੀਲੀਆਂ ਮਣੀਆਂ ਦਾ ਨਗਯੰ ਜਿਹੜਾ ਪਹਾੜ ਹੈ, ਜਾਂ ਮਣੀਆਂ ਨੀਲੀਆਂ ਤੇ ਨਗ ਹਨ ਜਿਹੜੇ ਨੀਲੇ, ਉਹ ਲਖੰ ਸੀਸ ਨਿਆਇੰ। ਉਹ ਲਖੰ ਜਾਣ ਕੇ ਦੇਖ ਕੇ ਉਹ ਵੀ ਸੀਸ ਨਿਵਾਉਂਦੇ ਆ ਵੀ ਇਹੋ ਜਿਹਾ ਤੇ ਸਾਡਾ ਵੀ ਸਾਂਵਲਾ ਰੰਗ ਨਹੀਂ ਹੈ, ਸ਼ਿਆਮ ਰੰਗ ਨੀਲਾ ਰੰਗ ਨਹੀਂ ਹੈ ਜਿਹੋ ਜਿਹਾ ਆਪ ਜੀ ਦਾ ਸਰੂਪ ਹੈ। ਆਪ ਜੀ ਦੇ ਸਰੂਪ ਨੂੰ ਦੇਖ ਕੇ ਮਣੀਆਂ ਜਿਹੜੀਆਂ ਨੀਲੀਆਂ ਹਨ, ਜਾਂ ਮਣੀਆਂ ਨੀਲੀਆਂ ਦੇ ਜਿਹੜੇ ਨਗਯੰਗ ਪਹਾੜ ਹਨ, ਉਹ ਲਖੇ ਪਾਠ ਵੀ ਹੈ, ਫਿਰ ਦੇਖ ਕੇ ਸੀਸ ਨਿਵਾਉਂਦੇ ਹਨ, ਝੁਕਾਉਂਦੇ ਹਨ। ਮਹਾ ਸੁੰਦਰ ਸਿਆਮੰ ਮਹਾ ਅਬਰਾਮੰ। ਆਪ ਜੀ ਮਹਾਨ ਬਹੁਤ ਸੁੰਦਰ ਹੋ, ਸ਼ਿਆਮ ਰੰਗ ਵਾਲੇ, ਸਾਂਵਲੇ ਰੰਗ ਵਾਲੇ, ਮਹਾ ਅਬਰਾਮੰ, ਸਭ ਨੂੰ ਹੀ ਲੁਭਾਇਮਾਨ ਕਰ ਰਹੇ ਹੋ। ਬਹੁਤ ਮਹਾਨ ਹੀ ਅਬਰਾਮੰ ਕਹੀਏ, ਸੁੰਦਰ ਹੋ, ਸ਼ੋਭਾ ਵਾਲੇ, ਸ਼ੋਭਨੀਕ ਹੋ ਰਹੇ ਹੋ। ਮਹਾਰੂਪ ਰੂਪੰ ਮਹਾਕਾਮ ਕਾਮੰ। ਰੂਪਾਂ ਵਾਲਿਆਂ ਵਿੱਚੋਂ, ਸ਼ਕਲਾਂ ਵਾਲਿਆਂ ਆਕਾਰਾਂ ਵਿੱਚੋਂ ਆਪ ਜੀ ਦਾ ਮਹਾਨ ਹੀ ਵੱਡਾ ਆਕਾਰ ਹੈ। ਰੂਪ ਵਾਲਿਆਂ ਵਿੱਚ ਆਪ ਬਹੁਤ ਮਹਾਨ ਰੂਪ ਵਾਲੇ ਹੋ। ਮਹਾਕਾਮ ਕਾਮੰ, ਕਾਮਿਆਂ ਵਿੱਚੋਂ ਆਪ ਜੀ ਵੱਡੇ ਕਾਮੇ ਹੋ। ਕਾਮਨਾ ਜਿਹੜੀਆਂ ਪੂਰੀਆਂ ਕਰਨ ਵਾਲੇ ਕਈ ਹੈ, ਉਹਨਾਂ ਵਿੱਚੋਂ ਆਪ ਵੱਡੇ ਕਾਮਨਾ ਪੂਰੀਆਂ ਕਰਨ ਵਾਲੇ ਹੋ। ਜਿਹੜਾ ਕਾਮਦੇਵ ਹੈ, ਉਸ ਕਾਮਦੇਵ ਤੋਂ ਹੀ ਆਪ ਮਹਾਨ ਵੱਡੇ ਕਾਮਦੇਵ ਹੋ, ਸੋਹਣੇ ਸੁਨੱਖੇ। ਫਿਰੈ ਚੱਕਰ ਚੌਦਹੁ ਪੁਰੀਅੰ ਮਧਿਆਣੰ। 14 ਚੱਕਰਾਂ ਲੋਕਾਂ ਵਿੱਚ ਹੀ, 14 ਪੁਰੀਆਂ ਵਿੱਚ ਹੀ ਆਪ ਜੀ ਦਾ ਚੱਕਰ ਕਾਲ ਰੂਪੀ, ਹੁਕਮ ਰੂਪੀ ਫਿਰਦਾ ਹੈ। ਇਸੋ ਕੌਣ ਬੀਅੰ ਫਿਰ ਆਏ ਸਾਣੰ। ਉਸ ਕਾਲ ਰੂਪੀ ਚੱਕਰ ਨੂੰ, ਉਸ ਹੁਕਮ ਰੂਪੀ ਚੱਕਰ ਨੂੰ ਐਸਾ ਕੌਣ ਹੈ ਦੂਸਰਾ ਜਿਹੜਾ ਆਏ ਸਾਣੰ, ਜਿਹੜਾ ਆਪ ਜੀ ਦੀ ਆਗਿਆ ਨੂੰ ਫਿਰੇ ਕਹੀਏ ਮੋੜ ਸਕੇ, ਮੇਟ ਸਕੇ। ਕਹਾਂ ਕੌਂਟ ਕੌਣ ਬਿਖ ਭਾਜ ਬਾਚਾ। ਉਸ ਕਾਲ ਰੂਪੀ ਚੱਕਰ ਨੂੰ, ਹੁਕਮ ਰੂਪੀ ਚੱਕਰ ਨੂੰ ਦੱਸੋ ਵੀ ਇਹ ਚਾਰੇ ਕੁੰਡਾਂ ਵਿੱਚ ਕਿਹੜਾ ਐਸਾ ਜਿਹੜਾ ਉਸ ਚੱਕਰ ਤੋਂ ਭੱਜ ਕੇ ਬਚ ਜਾਏ, ਬਚ ਨਹੀਂ ਸਕਦਾ ਹੈ। ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੇ। ਕਿਉਂਕਿ ਸਾਰਿਆਂ ਦੇ ਸਿਰਾਂ ਦੇ ਵਿੱਚ ਨਾਲ ਜੋ ਸੋਭਾ ਵਾਲਾ ਕਾਲ, ਮਹਾਕਾਲ ਹੈ, ਉਹ ਨੱਚ ਰਿਹਾ, ਨਾਲ ਹੀ ਰਹਿ ਰਿਹਾ ਹਰ ਵਕਤ। ਕਰੇ ਕੋਟ ਕੋ ਧਰੇ ਕੋਟ ਓਟੰ। ਭਾਵੇਂ ਕੋਈ ਕਰੋੜਾਨ ਕਰੋੜ ਜਿਹੜੇ ਹੈ ਕੋਟ ਕਈ ਕਿਲੇ ਕਰ ਲਏ ਤਿਆਰ ਬਚਣ ਵਾਸਤੇ, ਉਹ ਭਾਵੇਂ ਕਰ ਲਏ ਵੀ ਮੈਂ ਨਹੀਂ ਮਰਾਂਗਾ। ਇਸੇ ਤਰ੍ਹਾਂ ਧਰੇ ਕੋਟ ਓਟੰ, ਫਿਰ ਕੋਟ ਕਰੋੜਾਨ ਕਰੋੜਿਓ
ਕੋਟ ਜਿਹੜੇ ਕਿਲੇ ਆ ਉਹਨਾਂ ਦਾ ਆਸਰਾ ਧਰ ਲਵੇ, ਕਰ ਲਵੇ। ਇਹ ਸੋਚੇ ਵੀ ਮੈਂ ਇਹਦੇ ਵਿੱਚ ਬੈਠਿਆਂ ਸ਼ਾਇਦ ਬਚ ਜੂੰਗਾ। ਕਰੇ ਕੋਟ ਕਊ ਧਰੇ ਕੋਟ ਓਟੰ, ਕਰੋੜਾਨ ਕਰੋੜ ਕੋਟ ਜਿਹੜੇ ਉਸਾਰ ਨਾ ਕਰ ਲਵੇ ਕੋਈ, ਧਰੇ ਕੋਟ ਓਟੰ, ਅਤੇ ਕਰੋੜਾਨ ਕਰੋੜ ਕੋਟਾਂ ਦਾ ਹੀ ਜਿਹੜਾ ਆਸਰਾ ਧਾਰ ਲਵੇ, ਰੱਖ ਲਵੇ, ਆਸਰਾ ਰੱਖੇ ਵੀ ਇੱਥੋਂ ਬਚ ਜਾਵਾਂਗਾ ਇਹਦੇ ਸਹਾਰੇ। ਬਚੈ ਗੋ ਨਾ ਕਿਉ ਕਰੈ ਕਾਲ ਚੋਟੰ, ਆ ਕਿਵੇਂ ਵੀ ਕਰਕੇ ਉਹ ਬਚੇਗਾ ਨਹੀਂ ਨੇ ਯਤਨਾਂ ਵਾਲਾ ਵੀ, ਜਦੋਂ ਕਾਲ ਚੋਟ ਕਰੇਗਾ। ਉਹ ਤੇ ਜਿੰਦ ਨਿਮਾਣੀ ਕੱਢੀਐ ਹੱਡਾਂ ਕੋ ਕੜਕਾਏ, ਉਹ ਤੇ ਮਲਕਲ ਮੌਤ ਜਾ ਆਵ ਸਹੀ ਸਭ ਦਰਵਾਜ਼ੇ ਭੰਨ, ਉਹ ਪਹੁੰਚ ਹੀ ਜਾਂਦੀ ਹੈ, ਜਿੰਦ ਕੱਢ ਕੇ ਲੈ ਹੀ ਜਾਂਦੀ ਹੈ। ਲਿਖੰ ਜੰਤਰ ਕੇਤੇ ਪੜੰ ਮੰਤਰ ਕੋਟੰ, ਫੇਰ ਤੇ ਭਾਵੇਂ ਕੋਈ ਕਿਤਨੇ ਭਾਵੇਂ ਕੋਈ ਜੰਤਰ ਆ ਧਾਗੇ ਤਵੀਤ ਕਰ ਕਰਕੇ ਲਿਖੇ, ਤੇ ਜਾਂ ਕਿਤਨੇ ਉਹ ਜੰਤਰ ਧਾਗੇ ਤਵੀਤ ਲਿਖ ਕੇ ਮੜ ਕੇ ਆਪਣੇ ਨਾਲ ਬੰਨ੍ਹ ਲਵੇ, ਪਾ ਲਵੇ। ਤੇ ਪੜੰਗ ਮੰਤਰ ਕੋਟੰ, ਕਰੋੜਾਂ ਹੀ ਮੰਤਰ ਪੜ੍ਹਨ ਵਾਲਾ ਮੰਤਰ ਕਰੋੜਾਂ ਪੜ੍ਹੇ। ਬਿਨਾ ਸਰਨ ਤਾਕੀ ਨਹੀਂ ਔਰ ਓਟੰ, ਬਿਨਾ ਸਰਨ ਤਾਕੀ, ਉਸ ਅਕਾਲ ਪੁਰਖ ਪ੍ਰਭੂ ਦੀ ਸ਼ਰਨ ਤੋਂ ਬਿਨਾ ਹੋਰ ਕਿਸੇ ਦੀ ਸਾਧ ਸੰਗ ਜੀ ਓਟ ਆਸਰਾ ਨਹੀਂ ਹੈ ਖਾਲਸਾ ਜੀ, ਔਰ ਕਿਸੇ ਦਾ ਓਟ ਆਸਰਾ ਨਹੀਂ ਉਹਦੀ ਸ਼ਰਨ ਤੱਕੇ ਤੋਂ ਬਿਨਾ। ਤਾਕੀ ਪਾਠ ਵੀ ਉਸ ਦੀ ਸ਼ਰਨ, ਜੇ ਤਾਕੀ ਪਾਠ ਕਰੀਏ ਕੱਸ ਕੇ ਇਕੱਠਾ ਕਰਕੇ ਵੀ ਉਸ ਦੀ ਸ਼ਰਨ ਤੱਕੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ ਜਿਹੜਾ ਬਚਿਆ ਜਾਏਗਾ। ਇਹ ਤਾਂ ਉਹੀ ਬਚਾਏ ਤਾਂ ਹੀ ਬਚਾ ਹੋ ਸਕਦਾ। ਸੋ ਨਰ ਕਾਲ ਫਾਸਤੇ ਬਾਚੇ ਜੋ ਹਰ ਸ਼ਰਨ ਸਿਧਾਏ, ਜਿਹੜੇ ਉਹਦੀ ਸ਼ਰਨ ਵਿੱਚ ਰਹਿਣਗੇ ਚਲੇ ਜਾਣਗੇ ਉਹ ਬਚ ਸਕਦੇ ਹੈ। ਬਾਕੀ ਕੋਈ ਨਹੀਂ ਬਚਿਆ ਹੈ। ਰਾਵਣ ਸੇ ਮਹਿ ਰਾਵਣ ਸੇ ਕਟਕਾਨਹੁ ਸੇ ਕਟਕਾਨਹੁ ਸੇ, ਸਭ ਚਲੇ ਗਏ ਹੈ, ਸਭ ਜਿਹੜੇ ਆ ਮੇਟ ਦਿੱਤੇ ਉਸ ਅਕਾਲ ਨੇ। ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ, ਆ ਜੰਤਰ ਕੋਈ ਜੰਤਰ ਲਿਖਣ ਵਾਲੇ ਜੰਤਰ ਲਿਖ ਕੇ ਥੱਕ ਗਏ ਹੈ। ਪੜੰਗ ਮੰਤਰ ਹਾਰੇ, ਆ ਮੰਤਰ ਨੂੰ ਉਚਾਰਨ ਵਾਲੇ, ਮੰਤਰਾਂ ਨੂੰ ਲਿਖਣ ਵਾਲੇ, ਮੰਤਰਾਂ ਨੂੰ ਪੜ੍ਹਨ ਵਾਲੇ ਮੰਤਰ ਪੜ੍ਹ ਕੇ ਹਾਰ ਗਏ ਹਨ। ਕਰੇ ਕਾਲ ਤੇ ਅੰਤ ਲੈ ਕੇ ਬਿਦਾਰੇ, ਉਹ ਕਾਲ ਨੇ ਜਿਹੜਾ ਹੈ ਕਾਲ ਜਨਮ ਤੋਂ ਲੈ ਕੇ ਅੰਤ ਤੱਕ ਜਿਹੜੇ ਆ ਸਾਰੇ ਬਿਦਾਰੇ ਨਾਸ਼ ਹੀ ਕਰ ਦਿੱਤੇ ਆ। ਭਾਵੇਂ ਕੋਈ ਕਿਸੇ ਨੇ ਕਿੰਨੇ ਮੰਤਰ ਪੜ੍ਹਨੇ ਕੀਤੇ ਆ, ਮੰਤਰ ਪੜ੍ਹਨ ਵਾਲੇ ਮੰਤਰ ਪੜ੍ਹ ਥੱਕ ਗਏ ਆ। ਜੰਤਰ ਧਾਗੇ ਤਵੀਤ ਕਰਨ ਵਾਲੇ ਉਹ ਧਾਗੇ ਤਵੀਤ ਕਰ ਕੇ ਲਿਖ ਕੇ ਜੰਤਰ ਥੱਕ ਗਏ ਹਨ। ਪਰ ਜਨਮ ਤੋਂ ਲੈ ਕੇ ਅੰਤ ਤੱਕ ਉਹ ਕਰੇ ਬਿਦਾਰੇ, ਉਹ ਬਿਦਾਰੀ ਨਾਸ਼ ਹੀ ਕਰ ਦਿੱਤੇ ਅਕਾਲ ਨੇ। ਇਸੇ ਤਰ੍ਹਾਂ ਵਿਚਾਰੇ ਪਾਠ ਹੈ ਵੀ ਜਿਹੜੇ ਵਿਚਾਰੇ ਹੈ ਨਾ, ਉਹ ਵਿਚਾਰਾਂ ਕਰ ਕੇ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਵਿਚਾਰਾਂ ਹੀ ਕਰਦੇ ਰਹੇ ਹੈ। ਪਰ ਕਾਲ ਨੇ ਕਰੇ ਕਾਲ ਵਿਚਾਰੇ ਅਰਥ ਵਾਸਤੇ ਕਾਲ ਨੇ ਵਿਚਾਰੇ ਕਰ ਦਿੱਤੇ ਹੈ, ਸਭ ਖਤਮ ਕਰ ਦਿੱਤੇ ਹਨ। ਕਿਤਿਓ ਤੰਤਰ ਸਾਧਾ ਜਨਮੰ ਬਿਤਾਇਓ, ਆ ਕਿੰਨਿਆਂ ਨੇ ਤੇ ਤੰਤਰ ਜਿਹੜੇ ਟੂਣੇ ਟਾਮਣ ਉਹਨਾਂ ਨੂੰ ਸਾਧਿਆ ਹੋਇਆ ਹੈ। ਤੰਤਰਾਂ ਨੂੰ ਤੰਤਰ ਕਰਨੇ, ਤਾਂਤਰਿਕ ਵਿਦਿਆ ਸਿੱਖ ਕੇ ਤੰਤਰਾਂ ਨੂੰ ਕਿੰਨਿਆਂ ਨੇ ਸਾਧਿਆ। ਇਵੇਂ ਜਨਮੰ ਬਿਤਾਇਓ, ਜਨਮ ਹੀ ਬਿਤਾ ਦਿੱਤਾ ਹੈ। ਤੰਤਰ ਟੂਣੇ ਸਾਧਿਆ ਕਰਦਿਆਂ ਭਏ ਫੋਕਟੰ ਕਾਜ ਏਕ ਨਾ ਆਇਓ, ਸਾਰੇ ਇਹ ਜਿਹੜੇ ਕਾਜ ਫੋਕਟੀ ਹੋ ਗਏ। ਇਹ ਕਾਜ ਕੀਤੇ ਹੋਏ ਸਾਰੇ ਫੋਕਟੀ ਹੋ ਗਏ। ਕਾਜ ਇੱਕ ਹੈ ਨਾ ਆਇਓ, ਇੱਕ ਵੀ ਇਹ ਕੰਮ ਨਹੀਂ ਆਇਆ, ਸਭ ਫੋਕਟੀ ਪੈ ਗਏ। ਜੇ ਫੋਕਟ 'ਚ ਹੁੰਦਾ ਨਾ ਕੋਈ ਕੰਮ ਨਹੀਂ ਆਉਂਦਾ ਹੈ, ਉਹ ਸਭ ਫੋਕਟੀ ਚਲੇ ਗਏ ਕੀਤੇ ਹੋਏ ਕੰਮ ਜੰਤਰ ਮੰਤਰ ਤੰਤਰ। ਕਿਤੇ ਨਾਸ ਮੂੰਦਾ ਭਏ ਬ੍ਰਹਮਚਾਰੀ, ਆ ਕਿੰਨੇ ਜਿਹੜੇ ਹੈ ਉਹ ਆਪਣੇ ਗੂਠੇ ਤੇ ਉਂਗਲ ਚੀਚੀ ਜੀ ਨਾਲ ਤੇ ਨਾਸਾਂ ਬੰਦ ਕਰ ਲੈਂਦੇ ਹੈ। ਉੱਤੇ ਉੱਪਰ ਹੱਥ ਜੇ ਰੱਖ ਕੇ ਨਾਸਾਂ ਬੰਦ ਕਰ ਲੈਂਦੇ ਹੈ।
ਤੇ ਕਈ ਜਿਹੜੇ ਬ੍ਰਹਮਚਾਰੀ ਹੋ ਗਏ ਆ ਵੀ ਇੰਦਰੀਆਂ ਦਾ ਸੰਜਮ ਜਿਹਾ ਕਰਕੇ ਬਿੰਦ ਨੂੰ ਰੱਖ ਕੇ ਵੀ ਹੁਣ ਅਸਾਂ ਨੇ ਵਿੱਦਿਆ ਹੀ ਪੜ੍ਹਨੀ ਹੈ 25 ਸਾਲ ਤੱਕ, ਐਵੇਂ ਬ੍ਰਹਮਚਾਰੀ ਕਈ ਹੋ ਗਏ। ਕਿਤੇ ਕੰਠ ਕੰਠੀ ਜਟਾ ਸੀਸ ਧਾਰੀ, ਕਿਤਨਿਆਂ ਨੇ ਕੰਠ ਕਾਲ ਦੇ ਵਿੱਚ ਕੰਠੀਆਂ ਪਾ ਲੀਆਂ, ਮਾਲਾ ਜੀਆਂ ਪਾ ਲੀਆਂ ਤੇ ਮਾਲਾ ਪਾ ਕੇ ਫਿਰਨ ਲੱਗ ਪਏ। ਕਈ ਜਿਹੜੇ ਜਟਾ ਸੀਸ ਧਾਰੀ, ਸੀਸ ਦੇ ਉੱਪਰ ਦੁੱਧ ਲਾ ਕੇ ਬੋਹੜ ਦੇ ਪੱਤਿਆਂ ਦਾ ਤੇ ਜੜਾਵਾਂ ਕੇਸਾਂ ਦੀ ਵਧਾ ਲਈਆਂ, ਜੜਾਵਾਂ ਧਾਰਨ ਕਰ ਲਈਆਂ। ਕਿਤੇ ਚੀਰ ਕਾਨੰ ਜਗੀ ਸੰਕਹਾਯੰ, ਆ ਕਿਤਨਿਆਂ ਕਨੇ ਤੇ ਜਿਹੜੇ ਆਪਣੇ ਕੰਨਾਂ ਨੂੰ ਚੀਰ ਚੀਰ ਕੇ ਪਾੜ ਪਾੜ ਕੇ ਤੇ ਜੋਗੀਆਂ ਦੇ ਈਸ਼ ਕਹਾਇਆ, ਐਵੇਂ ਗੋਰਖਨਾਥ ਕਹਾਇਆ ਆਪਣੇ ਆਪ ਨੂੰ ਵੀ ਜੋਗੀਸ਼ਰ ਹਾਂ। ਸਭੇ ਫੋਕਟੰ ਧਰਮ ਕਾਮੰ ਨ ਆਇਓ, ਸਾਰੇ ਇਹ ਫੋਕਟ ਧਰਮ ਜੇ ਇਹ ਜਿਹੜੇ ਫੋਕਟੀ ਧਰਮ ਦੇ ਕੰਮ ਨਿਕਲੇ, ਕੋਈ ਵੀ ਅੰਤ ਨੂੰ ਕੰਮ ਨਾ ਆਇਆ, ਕਿਸੇ ਅੰਤ ਸਮੇਂ ਕੋਈ ਕੰਮ ਨਾ ਆਇਆ, ਫੋਕਟ ਧਰਮ ਹੀ ਹੋ ਗਏ। ਇਹ ਫੋਕਟ ਧਰਮਾਂ ਤੋਂ ਮਹਾਰਾਜ ਵਿੱਚ ਤਾਂ ਹੀ ਕਹਿੰਦੇ ਹੈ ਵੀ ਭਾਈ ਫੋਕਟ ਧਰਮ ਨਾ ਕਰੀਏ। ਮਦ ਕੀਟ ਭੰ ਰਾਸ਼ਸੇ ਸੇ ਬਲਿਯੰ, ਇਸੇ ਤਰ੍ਹਾਂ ਜਿਹੜੇ ਮੱਧ ਕੀਟ ਬਦੈਂਤ ਹੋਏ ਹਨ, ਰਾਖਸ਼ਾਂ ਦੇ ਈਸ਼ ਵੱਡੇ ਬੜੇ ਬਲੀ ਸਨ। ਸਮੇਂ ਆਪਣੀ ਕਾਲ ਤੇ ਉਦਲਿਯੰ, ਜੋ ਮੱਧ ਕੀਟਬ ਜਦੋਂ ਭਗਵਾਨ ਨੇ ਆਪਣੇ ਕੰਨਾਂ ਦੇ ਵਿੱਚ ਉਹ ਮੈਲ ਜੀ ਨਿਕਲੀ ਸੀ ਉਹ ਸੁੱਟੀ ਹੈ, ਤੇ ਉਹਦੇ ਵਿੱਚੋਂ ਮੱਧ ਕੈਟਬ ਜਿਹੜੇ ਹੈ ਹੋਏ ਆ ਦੈਂਤ ਦੋ ਭਰਾ। ਇਹ ਸਾਰੇ ਰਾਖਸ਼ਾਂ ਦੇ ਸੂਰਬੀਰ ਬੜੀ ਸਨ, ਪਰ ਸਭ ਤੋਂ ਪਹਿਲਾਂ ਇਹੀ ਦੋ ਰਾਖਸ਼ ਹੋਏ ਹੈ। ਭਏ ਸਮੇਂ ਆਪਣੀ ਕਾਲ ਤੇ ਉਦਲਿਯੰ, ਆਪਣੇ ਸਮੇਂ ਜਦੋਂ ਇਹਨਾਂ ਦਾ ਸਮਾਂ ਹੋਇਆ ਸੀ ਉਸ ਨੂੰ ਵੀ ਕਾਲ ਨੇ ਜਿਹੜਾ ਇਹਨਾਂ ਦੋਨਾਂ ਨੂੰ ਵੀ ਦਲ ਮਲ ਦਿੱਤਾ, ਨਾਸ ਕਰ ਦਿੱਤਾ ਸੀ। 5000 ਵਰਾ ਪੁਰਾਣਾ 'ਚ ਲਿਖਿਆ ਹੈ ਕਿ ਭਗਵਾਨ ਜੀ ਦੀ ਇਹਨਾਂ ਦੇ ਨਾਲ ਜਿਹੜੀ ਜੰਗ ਹੁੰਦੀ ਰਹੀ ਹੈ, ਉਹ ਇਤਿਹਾਸ ਵਿੱਚ ਹੀ ਕਥਾ ਹੁੰਦੀ 2-3 ਵਾਰੀ। ਇੱਥੇ ਜਦੋਂ ਅਵਤਾਰ 24 ਅਵਤਾਰ ਕਥਾ ਹੁੰਦੀ ਹੈ ਆਰੰਭ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ, ਉਦੋਂ ਵੀ ਉਹ ਕਥਾ ਹੁੰਦੀ ਹੈ। 5000 ਵਰਾ ਭਗਵਾਨ ਜੀ ਦੀ ਜਿਹੜੀ ਹੈ ਜੰਗ ਹੋਈ ਨਾਲ। ਅਖੀਰੀ ਇਹ ਪ੍ਰਸੰਨ ਹੋ ਗਏ ਸੀ, ਮਾਇਆ ਯੋਗ ਮਾਇਆ ਨੂੰ ਪ੍ਰੇਰਿਆ ਸੀ। ਇਹਨਾਂ ਨੇ ਆਪ ਹੀ ਕਿਹਾ ਸੀ ਵੀ ਤੁਸੀਂ ਸਾਡੇ ਤੋਂ ਮੰਗ ਲਓ ਜੋ ਮੰਗਦੇ ਹੋ, ਸਾਡਾ ਹਾਜ਼ਰ ਹੈ ਸਰੀਰ। ਭਗਵਾਨ ਜੀ ਨੇ ਫਿਰ ਕਿਹਾ ਸੀ ਵੀ ਸਾਨੂੰ ਤੁਸੀਂ ਆਪਣੇ ਦੋਵੇਂ ਸਿਰ ਦੇ ਦਿਓ। ਇਹਨਾਂ ਸੋਚਿਆ ਵੀ ਬਚਨ ਵੀ ਕਰ ਚੁੱਕੇ ਹਾਂ, ਹੁਣ ਨਾ ਨਹੀਂ ਕਰ ਸਕਦੇ। ਉਸ ਵੇਲੇ ਕਹਿਣ ਲੱਗੇ ਵੀ ਠੀਕ ਹੈ, ਅਸੀਂ ਤੁਹਾਨੂੰ ਬਚਨ ਦਿੱਤਾ, ਮੋੜ ਨਹੀਂ ਸਕਦੇ, ਪਰ ਜਿੱਥੇ ਜਲ ਨਾ ਹੋਵੇ, ਖੁਸ਼ਕ ਜਗ੍ਹਾ ਹੋਵੇ, ਉੱਥੇ ਦਿਆਂਗੇ। ਫਿਰ ਭਗਵਾਨ ਜੀ ਨੇ ਚੌਂਕੜਾ ਮਾਰਿਆ ਸੀ, ਜਿਹੜਾ ਸਾਧ ਸੰਗਤ ਜੀ ਕਈ ਯੋਜਨਾ ਤੱਕ ਉਹ ਬੈਠੇ, ਫਿਰ ਉਸੇ ਉੱਪਰ ਬਿਠਾ ਕੇ ਤੇ ਜੋ ਚੌਂਕੜਾ ਮਾਰਿਆ, ਆਪਣੇ ਪੱਟਾਂ 'ਤੇ ਇਹਨਾਂ ਦੇ ਸੀਸ ਰੱਖ ਕੇ ਸੁਦਰਸ਼ਨ ਚੱਕਰ ਚਲਾ ਕੇ ਸਿਰ ਕੱਟੇ ਸਨ। ਜਿਸ ਤੋਂ ਮਿੱਝ ਨਿਕਲੀ, ਉਹ ਮਿੱਝ ਤੋਂ ਹੀ ਧਰਤੀ ਬਣੀ, ਜਿਹਦਾ ਨਾਮ ਮੇਦਨੀ ਪੈ ਗਿਆ। ਇਵੇਂ ਜਿਹੜੇ ਮੱਧ ਕੈਟਬ ਸਨ, ਦੋ ਰਾਖਸ਼ ਸੂਰਬੀਰ ਰਾਖਸ਼ ਬਲੀ ਸਨ ਰਾਖਸ਼ਾਂ ਵਿੱਚੋਂ। ਸਮੇਂ ਆਪਣੀ ਕਾਲ ਤੇ ਉਦਲਿਯੰ, ਆਪਣੇ ਸਮੇਂ ਉਹ ਵੀ ਕਾਲ ਨੇ ਨਾਸ ਕਰ ਦਿੱਤੇ, ਖਤਮ ਕਰ ਦਿੱਤੇ। ਵਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ। ਭਏ ਸੁੰਭ ਨ ਸੁੰਭ ਸਰੋਨਤ ਬੀਜੰ, ਫਿਰ ਸੁੰਭ ਤੇ ਨਿਸੁੰਭ ਦੈਂਤ ਹੋਏ ਹੈ। ਉਹਨਾਂ ਦਾ ਕਮਾਂਡਰ ਸਰੋਣਤ ਬੀਜ ਹੋਇਆ, ਇੱਕ ਰਕਤ ਬੀਜ ਜੀ ਦਾ ਨਾਮ ਸੀ। ਉਹਦੇ 'ਤੇ ਜਦੋਂ ਵਾਰ ਹੁੰਦਾ, ਜਦੋਂ ਉਹਦਾ ਖੂਨ ਡਿੱਗਦਾ, ਖੂਨ ਤੋਂ ਹੀ ਫਿਰ ਰਾਖਸ਼ ਪੈਦਾ ਹੋਈ ਜਾਂਦੇ ਸਨ, ਅਤੇ ਉਹ ਖਤਮ ਹੀ ਨਹੀਂ ਸੀ ਹੁੰਦੇ, ਕਿਉਂਕਿ ਖੂਨ ਡਿੱਗਣਾ ਹੈ ਅਤੇ ਖੂਨ ਦੇ ਨਾਲ ਉਹ ਫਿਰ ਉਹ ਰਾਖਸ਼ ਪੈਦਾ ਹੋਈ ਜਾਂਦੇ, ਜਿਸ ਕਰਕੇ ਉਹਦਾ ਨਾਮ ਰਕਤ ਬੀਜ ਸੀ। ਵੀ ਉਹਦੇ ਖੂਨ ਤੋਂ ਬੀਜ ਪੈਦਾ ਹੁੰਦਾ ਸੀ ਦੈਂਤਾਂ ਦਾ। ਉਹ ਜਿਹੜੇ ਰਕਤ ਬੀਜ ਦੈਂਤ ਸੁੰਭ ਵਰਗੇ ਦੈਂਤ ਹੋਏ ਹਨ। ਤੇਉ ਕਾਲ ਕੀਨੇ ਪੁਰਜੇ ਪੁਰਜੰ, ਇਹਨਾਂ ਐਸੇ ਬਲੀਆਂ ਰਾਖਸ਼ਾਂ ਨੂੰ ਵੀ ਕਾਲ ਨੇ, ਮੌਤ ਨੇ
ਪੁਰਜੇ ਪ੍ਰੇਜੰ ਪੁਰਜੇ ਪੁਰਜੇ ਕਰ ਦਿੱਤਾ, ਟੋਟੇ ਟੋਟੇ ਕਰ ਦਿੱਤਾ ਸੀ। ਬਲੀ ਪ੍ਰਿਥਿਯੰ ਮਾਨ ਦਾਤਾ ਮਹੀਪੰ। ਜੋ ਪ੍ਰਿਥੂ ਰਾਜਾ ਸੀ ਬੜਾ ਬਲੀ, ਜਿਸ ਨੇ ਆਪਣੇ ਧਨਖ ਦੇ ਚਿੱਲੇ ਦੇ ਪਹਾੜ ਚਾੜ ਚਾੜ ਕੇ ਇੱਕ ਥਾਂ ਕੀਤੇ ਹੈ। ਅਤੇ ਉਹ ਪੁਰਾਣਾ ਵਿੱਚ ਇਸ ਤਰ੍ਹਾਂ ਕਥਾ ਆਉਂਦੀ ਹੈ ਕਿ ਜਿਹੜੇ ਪਹਾੜ ਹੁੰਦੇ ਸਨ ਪਹਿਲਾਂ ਉਹਨਾਂ ਨੂੰ ਖੰਭ ਲੱਗੇ ਹੋਏ ਸੀ, ਜਿਸ ਕਰਕੇ ਉੱਡਦੇ ਫਿਰਦੇ ਜਿੱਥੇ ਖੇਤੀ ਹੁੰਦੀ ਉੱਥੇ ਪਹਾੜ ਜਾ ਕੇ ਆਪਣਾ ਟਿਕਾ ਕਰ ਦਿੰਦੇ, ਖੇਤੀ ਨਸ਼ਟ ਕਰ ਦਿੰਦੇ। ਜਿਸ ਕਰਕੇ ਇੰਦਰ ਦੇਵਤੇ ਨੂੰ ਫਿਰ ਜਿਹੜਾ ਹੈ ਗੁੱਸਾ ਆਇਆ, ਕ੍ਰੋਧ ਆਇਆ। ਉਸ ਨੇ ਖੇਤੀ ਖਰਾਬ ਹੁੰਦੀ ਵੇਖ ਕੇ ਅਤੇ ਆਪਣਾ ਜੋ 7 ਧਾਤੂਆਂ ਦਾ ਬਣਿਆ ਬੱਜਰ ਸ਼ਸਤਰ ਹੈ ਉਸ ਦੇ ਨਾਲ ਇਹਨਾਂ ਦੇ ਖੰਭ ਤੋੜੇ ਸਨ। ਉਹ ਜਿੱਥੇ ਜਿੱਥੇ ਖੰਭ ਤੋੜੇ ਪਹਾੜ ਉੱਥੇ ਉੱਥੇ ਪਏ ਸੀ। ਇਵੇਂ ਧਰਤੀ ਦੇ ਪਹਾੜ ਹੀ ਪਹਾੜ, ਕੋਈ ਕਿਤੇ ਕੋਈ ਕਿਤੇ ਪਿਆ ਸੀ। ਫਿਰ ਇਹ ਬਲੀ ਪ੍ਰਿਥੂ ਰਾਜਾ ਹੋਇਆ ਹੈ, ਬਹੁਤ ਬਲੀ, ਜਿਹਨੇ ਜਿਵੇਂ ਆ ਚਿੱਲੇ 'ਤੇ ਚਾੜੀ ਦਾ ਨਾ ਧਨਖ ਨੂੰ, ਇਵੇਂ ਧਨਖ ਦੇ ਚਿੱਲੇ 'ਤੇ ਚਾੜ ਚਾੜ ਕੇ ਪਹਾੜ ਨੇ ਇੱਕ ਥਾਂ ਟਿਕਾਏ ਸਨ ਪ੍ਰਿਥੂ ਰਾਜੇ ਨੇ। ਐਸੇ ਜਿਹੜੇ ਬਲੀ ਪ੍ਰਿਥੂ ਰਾਜੇ ਵਰਗੇ ਹੋਏ ਹੈ। ਮਾਨ ਧਾਤਾ, ਜੋ ਮਾਨ ਧਾਤਾ ਗੁਣ ਰਵੈ ਜੇ ਚੱਕਰ ਵਹਿ ਕਹਾਇਓ, ਗੁਰਬਾਣੀ 'ਚ ਵੀ ਆਉਂਦਾ ਹੈ। ਐਸਾ ਮਾਨ ਧਾਤਾ ਜੋ ਬੜਾ ਨਿਆਇਕਾਰੀ ਰਾਜਾ ਸੀ। ਜਿਨੈ ਰਥ ਚੱਕਰੰ ਕੀਏ ਸਾਤ ਦੀਪੰ। ਫਿਰ ਪ੍ਰੇ ਵਰਤ ਵਰਗੇ ਰਾਜੇ ਜਿਨ੍ਹਾਂ ਦੇ ਰੱਥਾਂ ਦੇ ਚੱਕਰਾਂ ਦੇ ਕਈਏ ਪਹੀਆਂ ਦੇ ਨਾਲ ਹੀ ਆ 7 ਦੀਪ ਜਿਹੜੇ ਬਣ ਗਏ ਸਨ। 7 ਦੀਪ ਬਣ ਗਏ। ਉਹ ਐਵੇਂ ਪੁਰਾਣਾ 'ਚ ਕਥਾ ਇਹਨਾਂ ਦੀ ਵੀ ਆਉਂਦੀ ਹੈ ਕਿ ਇਹਨਾਂ ਦਾ ਜਿਹੜਾ ਰਥ ਸੀ ਨਾ, ਉਹ ਰਥ ਦੇ ਜਿਹੜੇ ਪਹੀਆਂ ਦੇ ਨਾਲ ਹੀ 7 ਦੀਪ ਬਣੇ ਹਨ। ਭੁਜੰ ਭੀਮ ਭਰਥੰ ਜਗੰ ਜੀਤ ਡੰਡਿਅੰ। ਭੀਮ ਸੈਨ ਜੋ ਕੁੰਤੀ ਦਾ ਪੁੱਤਰ ਪੌਣ ਦੇਵਤੇ ਤੋਂ ਪੈਦਾ ਹੋਇਆ ਸੀ, ਜਿਹਦੀਆਂ ਭੁਜਾਵਾਂ ਬਾਹਾਂ ਬੜੀਆਂ ਬਲੀ ਹਨ। ਫਿਰ ਸ਼੍ਰੀ ਰਾਮ ਚੰਦਰ ਜੀ ਦੇ ਭਰਾਤਾ ਭਰਤ ਜੀ ਜੋ ਕਕੇਈ ਦਾ ਪੁੱਤਰ ਸੀ, ਜਿਨ੍ਹਾਂ ਨੇ ਜੱਗ ਦੇ ਜੀਵਾਂ ਨੂੰ ਜਿੱਤ ਕੇ ਤੇ ਵਿਰੋਧੀਆਂ ਨੂੰ ਡੰਡ ਦਿੱਤਾ ਸੀ। ਤਿਨੈ ਅੰਤ ਕੇ ਅੰਤ ਕੋ ਕਾਲ ਖੰਡਿਅੰ। ਤਿਨੈ ਉਹਨਾਂ ਸਾਰਿਆਂ ਨੂੰ ਵੀ ਅੰਤ ਸਮੇਂ ਕਾਲ ਨੇ ਖੰਡਿਅੰ ਕਹੀਏ ਟੋਟੇ ਟੋਟੇ ਕਰ ਦਿੱਤਾ। ਜਿਨੈ ਦੀਪ ਦੀਪੰ ਦੁਹਾਈ ਫਿਰਾਈ। ਆ ਜਿਨ੍ਹਾਂ ਨੇ ਫਿਰ ਦੀਪਾਂ ਵਿੱਚ ਜਿਨ੍ਹਾਂ ਨੇ ਭਾਵ 7 ਦੀਪਾਂ ਵਿੱਚ ਹੀ ਆਪਣੀ ਆਗਿਆ ਦੀ ਦੁਹਾਈ ਫਰਾਈ ਹੋਈ ਸੀ, ਡੋਂਡੀ ਫਰਾਈ ਹੋਈ ਸੀ। ਆਗਿਆ ਦੇ ਵਿੱਚ ਹੀ ਰਹਿੰਦੇ ਸਨ ਲੋਕ ਜਿਨ੍ਹਾਂ ਰਾਜਿਆਂ ਦੇ। ਭੁਜਾ ਦੰਡ ਦਾ ਛੋਣ ਛਤਰੰ ਸ਼ਨਾਈ। ਫਿਰ ਆਪਣੀਆਂ ਬਾਹਾਂ ਦੇ ਬਲ ਨਾਲ, ਜਿਹੜੀਆਂ ਬਾਹਾਂ ਡੰਡਿਆਂ ਵਾਂਗ ਸਨ ਬੜੀਆਂ ਬਲੀ, ਉਹਨਾਂ ਬਾਹਾਂ ਦੇ ਬਲ ਨਾਲ ਧਰਤੀ ਦੇ ਜਿਹੜੇ ਰਾਜੇ ਹੈ ਛਤਰਧਾਰੀ, ਉਹਨਾਂ ਛਤਰਧਾਰੀਆਂ ਦੇ ਛਤਰ ਵੀ ਖੋਹ ਲਏ। ਛਾਉਣ ਉਹਨਾਂ ਕੋਲ ਛਾਉਣੀ ਧਰਤੀ ਜ਼ਮੀਨ ਵੀ ਖੋਹ ਲਈ ਸੀ ਅਤੇ ਆਪਣੇ ਅਧੀਨ ਕਰ ਲਿਆ ਸੀ। ਆਪਣੀ ਆਣ ਬਣਾਉਂਦੇ ਸਨ। ਜੋ ਕਰੇ ਜਗ ਕੋਟੰ ਜਸੰ ਅਨੇਕ ਲੀਤੇ। ਅਨੇਕਾਂ ਨੇ ਜਿਨ੍ਹਾਂ ਨੇ ਕਰੋੜ ਅਸਵਮੇਧ ਜਗ ਆਦਿਕ ਕੀਤੇ ਹੈ ਅਤੇ ਅਨੇਕਾਂ ਹੀ ਲੋਕਾਂ ਦਾ ਜਸ ਖੱਟਿਆ ਸੀ। ਵਹ ਬੀਰ ਬੰਕੇ ਬਲੀ ਕਾਲ ਜੀਤੇ। ਬਹੁਤ ਫਿਰ ਜਿਹੜੇ ਸੂਰਬੀਰ ਬੰਕੇ ਜਵਾਨ ਸੁੰਦਰ, ਉਹ ਸਾਰੇ ਬਲੀ ਕਾਲ ਨੇ ਜਿੱਤ ਲਏ ਹੈ। ਜਿਹੜੇ ਬੜੇ ਬੜੇ ਬਲੀ ਬਣੇ ਫਿਰਦੇ ਸਨ ਉਹਨਾਂ ਨੂੰ ਵੀ ਕਾਲ ਨੇ ਜਿੱਤ ਲਿਆ ਹੈ। ਬਲੀ ਕਾਲ ਵੀ ਬਲੀ ਹੈ, ਬਲੀ ਕਾਲ ਨੇ ਜਿੱਤ ਲਏ ਬੜੇ ਬੜੇ ਬਲੀ। ਫਿਰ ਵਹੇ ਬੀਰ ਬੰਕੇ, ਜਿਹੜੇ ਬੜੇ ਸੂਰਬੀਰ ਬੰਕੇ ਪਰਸਰਾਂ ਵਰਗੇ ਜਵਾਨ ਸਨ, ਜਿਨ੍ਹਾਂ ਨੇ 22 ਵਾਰ ਬ੍ਰਾਹਮਣ ਨੂੰ ਮਾਰ ਕੇ ਛਤਰੀਆਂ ਨੂੰ ਰਾਜ ਦਿੱਤਾ ਸੀ। ਅਤੇ ਉਹ ਵੀ ਬਲੀ ਜਿਹੜੇ ਹੈ ਇਹੋ ਜਿਹੇ ਪਰਸਰਾਂ ਵਰਗੇ ਕਾਲ ਨੇ ਸਭ ਜਿੱਤ ਲਿਆ, ਭਾਵ ਖਤਮ ਕਰਕੇ ਨਾਸ ਕਰ ਦਿੱਤੇ। ਜਿੱਤ ਲਿਆ, ਉਹ ਨਹੀਂ ਜਿੱਤ ਸਕੇ ਕਾਲ ਨੂੰ। ਕਈ ਕੋਟ ਲੀਨੇ ਜਿਨ੍ਹਾਂ ਦੁਰਗ ਢਾਹੇ। ਕਈਆਂ ਨੇ ਤੇ ਕਰੋੜ ਹੀ ਜਿਹੜੇ ਕਿਲੇ ਜਿੱਤ ਲਏ। ਫਿਰ ਜਿਨੇ ਦਾ ਅਰਥ ਜਿੱਤ ਲਏ ਲਾ ਲੈਣਾ ਹੈ ਵੀ ਜਿਹਨੇ
ਤੇ ਜਿਨ੍ਹਾਂ ਦਾ ਅਰਥ ਜਿਨ੍ਹਾਂ ਨੇ, ਦੋਵੇਂ ਅਰਥ ਲੱਗ ਜਾਣੇ। ਜਿਨ੍ਹਾਂ ਨੇ ਕਈਆਂ ਨੇ ਕਰੋੜਾਨ ਕਰੋੜੀ ਜਿਹੜੇ ਕਿਲੇ ਉਹ ਜਿੱਤ ਲਏ, ਫਿਰ ਉਹ ਦੁਰਗ ਉਹ ਕਿਲੇ ਢਾਹ ਦਿੱਤੇ ਜਿੱਤ ਕੇ ਮੌਜ ਨਾਲ ਹੀ। ਕਿਤੇ ਸੂਰਬੀਰਾਨ ਕੇ ਸੈਨ ਗਾਹੇ। ਕਿਤਨਿਆਂ ਕਨੇ ਤੇ ਜਿਹੜੇ ਸੂਰਬੀਰ ਹੈ ਉਹਨਾਂ ਦੀ ਸੈਨਾ ਨੂੰ ਗਾਹੇ ਕੇ ਮਧੋਲ ਕੇ ਰੱਖ ਦਿੱਤਾ ਸੀ, ਐਸੇ ਬਲੀ ਸਨ। ਕਈ ਜੰਗ ਕੀਨੇ ਸੋ ਸਾਕੇ ਪਵਾਰੇ। ਕਈਆਂ ਕਨੇ ਤੇ ਬੜੇ ਜੰਗ ਕੀਤੇ ਰਾਜ ਵਾਸਤੇ ਜਾਂ ਧਰਮ ਵਾਸਤੇ, ਫਿਰ ਸੋ ਸਾਕੇ ਜਿਹੜੇ ਕਈਆਂ ਨੇ ਸਾਕੇ ਕੀਤੇ। ਆ ਜਿਹੜਾ ਧਰਮ ਲਈ ਕੁਰਬਾਨ ਹੋਣਾ ਹੁੰਦਾ ਇਹਨੂੰ ਸਾਕਾ ਕਹੀਦਾ ਹੈ। ਤੇ ਫਿਰ ਜਿਹੜੇ ਪਵਾਰੇ, ਕਈਆਂ ਨੇ ਬੜੇ ਸੰਘਰਸ਼ ਕੀਤੇ, ਆ ਪਵਾੜੇ ਪਾਉਣੇ ਕੀਤੇ। ਜਿਹੜਾ ਪਵਾੜਾ ਉਹਨੂੰ ਕਹੀਦਾ ਹੈ ਵੀ ਜਿਹੜੀ ਕੋਈ ਗੱਲ ਕਰਨ ਦੀ ਇੱਛਾ ਨਾ ਹੋਵੇ ਤੇ ਕਰਨੀ ਵੀ ਨਾ ਹੋਵੇ ਤੇ ਫਿਰ ਵੀ ਕਰ ਦੇਣੀ। ਤੇ ਉੱਪਰੋਂ ਹੀ ਆ ਕਿਆ ਮੱਲੋ ਮੱਲੀ ਜਿਹੜਾ ਕੋਈ ਉਪੱਦਰ ਝਗੜਾ ਆ ਕੇ ਗਲ ਪੈ ਜਾਣਾ। ਜਿਵੇਂ ਕੋਈ ਚਾਰ ਜੀ ਬੈਠੇ ਹੋਣ, ਉੱਥੇ ਗੱਲ ਕਰਨ ਨੂੰ ਜੀਵ ਨਾ ਕਰੇ ਕਿਸੇ ਵੇਲੇ ਵੀ ਇਹ ਗੱਲ ਨਹੀਂ ਕਰਨੀ, ਜੀਵ ਨਹੀਂ ਕਰਦਾ ਤੇ ਕਰਨੀ ਵੀ ਨਹੀਂ ਸੀ, ਮਨਾ ਵੀ ਕੀਤਾ ਹੋਵੇ, ਫਿਰ ਉਹ ਮੱਲੋ ਮੱਲੀ ਗੱਲ ਕਰੀ ਦੇ ਅਤੇ ਉੱਥੇ ਰੌਲਾ ਪੈ ਜਾਂਦਾ ਹੈ। ਫਿਰ ਉਹ ਵਿੱਚੋਂ ਹੀ ਕਹਿੰਦੇ ਆ ਵੀ ਆ ਚੰਗੇ ਭਲਾ ਗੱਲਾਂ ਕਰ ਰਹੇ ਸੀ, ਤੂੰ ਕਾਹਨੂੰ ਇੱਥੇ ਆ ਕੇ ਪਵਾੜਾ ਪਾ ਦਿੱਤਾ ਈ। ਜਿਹੜਾ ਵੀ ਜੀਵ ਨਾ ਕਰਨਾ ਅਤੇ ਗੱਲ ਕਰਨ ਦੀ ਇੱਛਾ ਵੀ ਨਾ ਹੋਣੀ ਅਤੇ ਕਰਨੀ ਵੀ ਨਹੀਂ ਸੀ, ਮੱਲੋ ਮੱਲੀ ਕਰ ਹੀ ਦੇਣੀ ਅਤੇ ਪਵਾੜਾ ਗਲ ਪਾ ਕੇ ਬਹਿ ਜਾਣਾ। ਮੱਲੋ ਮੱਲੀ ਉਪੱਦਰ ਉਹਨੂੰ ਕਹੀਦਾ ਪਵਾੜਾ। ਇਸ ਤਰ੍ਹਾਂ ਕਈਆਂ ਨੇ ਤੇ ਪਵਾੜੇ ਜਿਨ੍ਹਾਂ ਕੀਤੇ, ਮੱਲੋ ਮੱਲੀ ਉਪੱਦਰ ਆਪਣੇ ਗਲਾਂ 'ਚ ਪਾਏ, ਸੰਘਰਸ਼ ਕੀਤੇ ਬੜੇ, ਸਾਕੇ ਧਰਮ ਲਈ ਕੁਰਬਾਨੀਆਂ ਕੀਤੀਆਂ। ਵਹ ਦੀਨ ਦੇਖੇ ਗਿਰੇ ਕਾਲ ਮਾਰੇ। ਮਹਾਰਾਜ ਕਹਿੰਦੇ ਖਾਲਸਾ ਜੀ ਉਹ ਸਾਰੇ ਕਾਲ ਦੇ ਮਾਰੇ ਹੋਏ ਦੀਨ ਹੋਏ ਦੇਖੇ ਹਨ। ਜਿਵੇਂ ਕੋਈ ਗਰੀਬ ਬੜਾ ਦੀਨ ਹੁੰਦਾ ਹੈ ਨਾ, ਅਤੇ ਉਹ ਵਿਚਾਰਾ ਨਿਮਾਣਾ ਜਿਹਾ ਹੋ ਕੇ ਢਿਆ ਰਹਿੰਦਾ ਨਿਮਰਤਾ ਨਾਲ, ਇਸ ਤਰ੍ਹਾਂ ਉਹ ਸਾਰੇ ਨਿਮਰਤਾ ਨਾਲ ਦੀਨ ਗਰੀਬੜੇ ਜੇ ਹੋਏ ਕਾਲ ਅੱਗੇ, ਕਾਲ ਦੇ ਮਾਰੇ ਸੁੱਟੇ ਹੋਏ ਡਿੱਗੇ ਹੋਏ ਦੇਖੇ ਗਏ ਹਨ। ਜਿਨ੍ਹਾਂ ਪਾਤਸ਼ਾਹੀ ਕਰੀ ਕੋਟ ਜਗਿਆਂ। ਫਿਰ ਜਿਨ੍ਹਾਂ ਨੇ ਪਾਤਸ਼ਾਹੀਆਂ ਕੀਤੀਆਂ, ਇੱਕ ਯੁੱਗ ਨਹੀਂ ਦੋ ਯੁੱਗ ਨਹੀਂ ਕਰੋੜਾਂ ਯੁੱਗ ਹੀ। ਰਸੰ ਆਨ ਰਸੰ ਭਲੀ ਭਾਂਤ ਭੁਗਿਆਂ। ਫਿਰ 6 ਪ੍ਰਕਾਰ ਦੇ ਜਿਹੜੇ ਰਸ ਹੈ, ਲੂਣ ਵਾਲੇ, ਤਿੱਖੇ, ਖੱਟੇ, ਮਿੱਠੇ, ਸਭ ਤਰ੍ਹਾਂ ਦੇ ਜਿਨ੍ਹਾਂ ਨੇ ਰਸ ਚੰਗੀ ਤਰ੍ਹਾਂ ਭੋਗੇ ਹਨ, ਚੰਗੀ ਤਰ੍ਹਾਂ ਰਸਾਂ ਨੂੰ ਭੋਗਿਆ। ਆਨ ਰਸਾਂ ਕਹੀਏ ਹੋਰ ਰਸਾਂ ਨੂੰ, ਆ ਜਿਹੜੇ ਸਰੀਰ ਦੇ ਭੋਗ ਹੈ, ਮੰਦ ਵਿਕਾਰਾਂ ਨੂੰ ਜਿਨ੍ਹਾਂ ਨੇ ਭੋਗਿਆ, ਵਿਸ਼ਿਆਂ ਨੂੰ ਭੋਗਿਆ, ਵਿਸ਼ਿਆਂ ਦੇ ਰਸ ਚੰਗੀ ਤਰ੍ਹਾਂ ਲਏ ਭੋਗੇ ਹਨ। ਜਾਂ ਰਸਨ ਦੇ ਨਾਲ ਆਨ ਰਸਨ ਦਾ ਅਰਥ ਵੀ ਕਸ, ਰਸ ਕਸ, ਜਿਨ੍ਹਾਂ ਨੇ ਰਾਸਾਂ ਕਸਾਂ ਨੂੰ ਚੰਗੀ ਤਰ੍ਹਾਂ ਭੋਗਿਆ ਹੈ। ਸ਼ਾਹ ਕਸ ਜਿਹੜਾ ਕੋਈ ਖਿੱਚ ਕੇ ਕੋਈ ਅਰਕ ਕੱਢਣਾ ਕਿਸੇ ਚੀਜ਼ ਦਾ, ਜਿਵੇਂ ਕਿੱਕਰਾਂ ਦੇ ਸੱਕਾਂ ਸੁੱਕਾਂ ਦਾ ਸ਼ਰਾਬ ਸ਼ਰੂ ਬਣਦੀ ਹੈ, ਇਹ ਜਿਵੇਂ ਜਿਨ੍ਹਾਂ ਨੇ ਰਸ ਹੋਰ ਪਦਾਰਥਾਂ ਦੇ ਅਤੇ ਸ਼ਰਾਬਾਂ ਕਬਾਬਾਂ ਦੇ ਚੰਗੀ ਤਰ੍ਹਾਂ ਭੋਗੇ ਸਨ। ਵਹ ਅੰਤ ਕੋ ਪਾਵ ਨਾਂਗੇ ਪਧਾਰੇ। ਉਹ ਸਾਰੇ ਅੰਤ ਨੂੰ ਖਾਲਸਾ ਜੀ ਨੰਗੇ ਪੈਰੀ ਚਲੇ ਗਏ ਹੈ। ਜਿਨ੍ਹਾਂ ਨੇ ਆ ਰਸ ਕਸ ਮਾਣੇ, 4 ਕਰੋੜਾਨ ਕਰੋੜ ਯੁੱਗ ਰਾਜ ਭਾਗ ਆਪਣਾ ਕੀਤਾ, ਅਤੇ ਉਹ ਸਾਰੇ ਇਸੇ ਤਰ੍ਹਾਂ ਹੀ ਖਾਧੇ ਗਏ ਅਕਾਲ ਦੇ ਕੋਲੋਂ। ਜੇ ਨਾਂਗੇ ਪਾਵੋਂ ਤੇ ਗਏ ਜਿਨ ਕੇ ਲਾਖ ਕਰੋੜ, ਨੰਗੇ ਪੈਰੀ ਗਏ ਹਨ ਸਾਰੇ। ਗਿਰਾ ਦੀਨ ਦੇਖੇ ਹਠੀ ਕਾਲ ਮਾਰੇ। ਉਹ ਜਿਹੜੇ ਬੜੇ ਹੱਠੀ ਬਣਦੇ ਸਨ, ਹੱਠੀਏ ਅਸੀਂ ਬੜੇ ਹੱਠੀਏ ਹਾਂ, ਅਸੀਂ ਨਹੀਂ ਕਿਸੇ ਦੀ ਮੰਨਦੇ ਹਾਂ, ਉਹ ਹੱਠੀ ਵੀ ਇਹ ਕਾਲ ਦੇ ਮਾਰੇ ਹੋਏ ਡਿੱਗੇ ਹੋਏ ਦੀਨ ਮਾਣੇ ਹੋਏ ਦੇਖੇ ਗਏ ਆ, ਦੇਖੇ ਜਾਂਦੇ ਹਨ। ਹੱਠੀ ਜੋ ਹੱਠੀ ਕਾਲ ਹੈ, ਜੋ ਕਾਲ ਹੀ ਬੜਾ ਹੱਠੀ ਉਹਨਾਂ ਤੋਂ। ਇਹ ਹੱਠੀਏ ਵੀ ਅਸੀਂ ਮਰਨਾ ਨਹੀਂ, ਤਪ ਕਰਨਾ, ਸਾਧਨਾ ਕਰਨੀ, ਐਸਾ ਤਪ ਕਰਨਾ ਅਮਰ ਹੀ ਹੋ ਜਾਣਾ ਹੈ, ਪਰ ਉਹ ਹੱਠੀ ਕਾਲ ਨੇ ਮਾਰੇ ਹੈ। ਇਸ ਤਰ੍ਹਾਂ ਮਾਰ ਕੇ ਸੁੱਟੇ ਹੋਏ ਦੇਖੇ ਜਾਂਦੇ ਨਿਮਾਣੇ ਹੋਏ। ਜਿਨ੍ਹਾਂ ਖੰਡੀਆਂ ਦੰਡ ਧਾਰੰ ਅਪਾਰੰ। ਜਿਨ੍ਹਾਂ ਅਨੇਕਾਂ ਰਾਜਿਆਂ ਨੇ ਦੰਡ ਧਾਰਨ ਆਪਣਾ ਹੁਕਮ ਚਲਾ ਕੇ ਦੰਡ ਦਿੰਦੇ ਸਨ, ਬੇਅੰਤ ਦੰਡ ਧਾਰੀ ਰਾਜੇ ਲੋਕ,
ਤੇ ਉਹਨਾਂ ਨੂੰ ਹੀ ਟੋਟੇ ਟੋਟੇ ਕਰ ਦਿੱਤਾ, ਨਾਸ ਕਰ ਦਿੱਤਾ ਕਾਲ ਨੇ। ਕਰੇ ਚੰਦਰਮਾ ਸੂਰ ਚੇਰੇ ਦੁਆਰੰ। ਫਿਰ ਜਿਸ ਨੇ ਚੰਦਰਮਾ ਸੂਰਜ ਵਰਗੇ ਵੀ ਆਪਣੇ ਦੁਆਰੇ ਦੇ ਚੇਲੇ ਕਰੇ ਕੀਤੇ ਸਨ, ਉਹ ਕੌਣ? ਰਾਵਣ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕਪੜੇ ਧੋਈ। ਐਸੇ ਰਾਵਣ ਵਰਗੇ ਜਿਨ੍ਹਾਂ ਨੇ ਸੂਰਜ ਚੰਦਰਮਾ ਨੂੰ ਹੀ ਆਪਣੇ ਦੁਆਰੇ ਦੇ ਚੇਲੇ ਖੜੇ ਕੀਤੇ ਹੋਏ ਸੀ ਕੰਮਕਾਰ ਕਰਾਉਣ ਵਾਸਤੇ। ਜਿਨ੍ਹਾਂ ਇੰਦਰ ਸੇ ਜੀਤ ਕੈ ਛੋੜ ਡਾਰੇ। ਜਿਨ੍ਹਾਂ ਨੇ ਇੰਦਰ ਦੇਵਤੇ ਵਰਗਿਆਂ ਨੂੰ ਜਿੱਤ ਕੇ ਛੱਡ ਤੇ ਸੁੱਟ ਦਿੱਤਾ ਸੀ, ਵਗਾ ਦਿੱਤਾ ਸੀ ਵੀ ਚਲਿਆ ਜਾ, ਬਖਸ਼ ਦੇਣੇ ਆ। ਉਹ ਰਾਵਣ ਦਾ ਪੁੱਤਰ ਹੀ ਸੀ ਮੇਘਨਾਦ, ਜਿਨ੍ਹਾਂ ਨੇ ਇੰਦਰ ਨੂੰ ਫੜ ਕੇ ਤੇ ਉਹ ਕਾਬੂ ਕਰ ਲਿਆ ਸੀ। ਫਿਰ ਇੰਦਰ ਦੇਵਤੇ ਦੇ ਬਹੁਤ ਹੱਥ ਜੋੜਨੇ ਕਰਕੇ ਹੀ ਤੇ ਫਿਰ ਮੇਘਨਾਦ ਨੇ ਛੱਡ ਦਿੱਤਾ ਸੀ ਵੀ ਛੱਡ ਦਿੰਦੇ ਆ। ਤਾਂ ਮਹਾਰਾਜ ਕਹਿ ਰਹੇ ਜਿਨ੍ਹਾਂ ਨੇ ਇੰਦਰ ਵਰਗਿਆਂ ਨੂੰ ਜਿੱਤ ਕੇ ਵੀ ਤੇ ਮਾਰ ਕੇ ਸੁੱਟ ਦਿੱਤਾ ਸੀ, ਛੱਡ ਦਿੱਤਾ ਸੀ ਵੀ ਬਖਸ਼ ਦਿੰਦੇ ਹਾਂ। ਵਹ ਦੀਨ ਦੇਖੇ ਗਿਰੇ ਕਾਲ ਮਾਰੇ। ਉਹ ਹੈ ਜਿਹੜੇ ਮੇਘਨਾਦ ਵਰਗੇ ਵੀ ਹੋਰ ਕਈ ਬਲੀ ਜਿਨ੍ਹਾਂ ਨੇ ਕਈ ਵਾਰ ਇੰਦਰ ਨੂੰ ਜਿੱਤਿਆ, ਉਹ ਸਾਰੇ ਮਾਰੇ ਕਹਿੰਦੇ ਕਾਲ ਦੇ ਮਾਰੇ ਹੋਏ, ਦੀਂਡ ਮਾਣੇ ਹੋਏ, ਡਿੱਗੇ ਹੋਏ ਦੇਖੇ ਗਏ ਹੈ, ਦੇਖੇ ਜਾਂਦੇ ਹਨ। ਕਾਲ ਦੇ ਅੱਗੇ ਕਿਸੇ ਦਾ ਵੱਸ ਨਹੀਂ ਹੈ। ਕਾਲ ਦੇ ਅੱਗੇ ਸਭ ਜਿਹੜੇ ਮਾਰੇ ਜਾਂਦੇ ਹਨ। ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਵੱਡਾ ਨੀਰੇ। ਐਸਾ ਕਾਲ ਵੱਡਾ ਹੈ, ਉਹ ਨਹੀਂ ਕਿਸੇ ਦਾ ਬਣਦਾ, ਸਭ ਨੂੰ ਜਿਹੜਾ ਨਿਗਲ ਲੈਂਦਾ ਹੈ। ਮਹਾਂਕਾਲ ਹੀ ਬਚਦਾ ਹੈ, ਬਾਕੀ ਕਾਲ ਨੇ ਸਭ ਖਾ ਲਏ ਹੈ। ਇਸ ਤਰ੍ਹਾਂ ਮਹਾਰਾਜ ਜੀ ਜਿਹੜੇ ਹੈ ਉਹ ਕਾਲ ਦੀ ਉਸਤਤੀ ਪ੍ਰਭੂ ਦੀ ਕਰ ਰਹੇ ਹਨ, ਜੋ ਕਾਲ ਰੂਪ ਹੈ। 69 ਜਿਹੜੇ ਹੈ ਛੰਦ ਪਹਿਲੇ ਅਧਿਆਏ ਦੇ ਹੋ ਗਏ ਹਨ। ਅੱਗੇ ਰਸਾਵਲ ਛੰਦ ਵਿੱਚ ਜਿਵੇਂ ਮਹਾਰਾਜ ਅਵਤਾਰਾਂ ਦੇ ਨਾਮ ਲੈ ਲੈ ਕੇ ਸਤਿਗੁਰੂ ਜੀ ਦੱਸਣਗੇ ਵੀ ਉਹ ਵੀ ਕਾਲ ਦੇ ਵੱਸ ਹੋ ਗਏ ਹਨ। ਉਹ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ ਕਥਾ। ਹੁਣ ਇੱਥੇ ਜੀ ਖੰਡਿਯੰ ਦੰਡ ਧਾਰੰ ਅਪਾਰੰ। ਕਰੇ ਚੰਦਰਮਾ ਸੂਰ ਚੇਰੇ ਦੁਆਰੰ। ਜਿਨ੍ਹਾਂ ਇੰਦਰ ਸੇ ਜੀਤ ਕੈ ਛੋੜ ਡਾਰੇ। ਵਹ ਦੀਨ ਦੇਖੇ ਗਿਰੇ ਕਾਲ ਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।